ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ 8ਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਸ ਗੁਰ ਅਸਥਾਨ 'ਤੇ ਅਤੇ ਦੇਸ਼ ਵਿਦੇਸ਼ ਵਿੱਚ ਗੁਰ ਸ਼ਬਦ ਵਿਚਾਰ ਦਾ ਲਾਹਾ ਲੈਣ ਲਈ ਜੁੜ ਬੈਠੇ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋ, ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰਬਾਰ ਵਿੱਚ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਜੋ ਅੰਮ੍ਰਿਤ ਬਚਨ ਸਾਡੇ ਮਨੁੱਖ ਕਹਾਉਣ ਵਾਲਿਆਂ ਦੇ ਸਵਾਸਾਂ ਦੇ ਭਲੇ ਲਈ ਬਖਸ਼ਿਸ਼ ਹੋਇਆ, ਪੰਚਮ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਅਤੇ ਉਹਨਾਂ ਦੁਆਰਾ ਹੀ ਗੌੜੀ ਰਾਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸੰਗ੍ਰਹਿਤ ਹੈ। ਇਸ ਪਾਵਨ ਬਚਨ ਦੇ ਰਾਹੀਂ ਸੱਚੇ ਪਾਤਸ਼ਾਹ ਨੇ ਸਾਡਾ ਧਿਆਨ ਉਸ ਸਾਡੇ ਅਵੇਸਲੇਪਣ ਵੱਲ, ਸਾਡੇ ਬੇਧਿਆਨੇ ਲਾਪਰਵਾਹੀ ਵਾਲੇ ਸੁਭਾਅ ਵੱਲ ਦਵਾਇਆ, ਜਿਸ ਦੇ ਕਰਕੇ ਜਿਸ ਮਹਾਂ ਆਨੰਦ ਦੀ ਤੇ ਆਨੰਦ ਦੇ ਸੋਮੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਇੱਛਾ ਹਰ ਕੋਈ ਮਨੁੱਖ ਰੱਖਦਾ, ਉਹ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਇਹ ਮਿਲਿਆ ਹੋਇਆ ਪੰਜ ਭੂਤਕ ਸਰੀਰ, ਜਿਸ ਦੇ ਬਾਰੇ ਕਬੀਰ ਜੀ ਬਚਨ ਕਰਦੇ ਨੇ, ਖਟ ਨੇਮ ਕਰ ਕੋਠੜੀ ਬਾਂਧੀ ਵਸਤ ਅਨੂਪ ਬੀਚ ਪਾਈ। ਇਹ ਪੰਜਾਂ ਤੱਤਾਂ ਦੀ ਤੇ ਇਹਦੇ ਵਿੱਚ ਮਨ ਰੂਪੀ ਵਿਚਾਰ ਸ਼ਕਤੀ ਪਾ ਕੇ ਇਹ ਸਰੀਰ ਰੂਪੀ ਕੋਠੜੀ ਤਿਆਰ ਕਰ ਦਿੱਤੀ। ਕੂੰਜੀ ਕੁਲਫ ਪ੍ਰਾਨ ਕਰ ਰਾਖੇ, ਕਰਤੇ ਬਾਰ ਨਾ ਲਾਈ। ਵਾਹਿਗੁਰੂ ਜੀ ਨੂੰ ਇਸ ਦੀ ਬਣਤਰ ਬਣਾਉਣ ਦਾ ਜੋ ਸੰਕਲਪ, ਉਸ ਦੀ ਪੂਰਤੀ ਲਈ ਸਮਾਂ ਨਹੀਂ ਲੱਗਿਆ ਤੇ ਇਹਦੇ ਵਿੱਚ ਬਸਤ ਅਨੂਪ ਬੀਚ ਪਾਈ, ਆਪਣੀ ਜੋਤ ਇਹਦੇ ਅੰਦਰ ਟਿਕਾ ਦਿੱਤੀ ਤੇ ਸਾਡੇ ਸਾਹਮਣੇ ਜੀਵਨ ਮਕਸਦ ਰੱਖ ਦਿੱਤਾ ਕਿ ਇਸ ਪੰਜ ਭੂਤਕ ਸਰੀਰ ਦੇ ਵਿੱਚ ਜਿਹੜੀ ਤੁਹਾਨੂੰ ਇਹ ਮਨ ਰੂਪੀ ਵਿਚਾਰ ਸ਼ਕਤੀ ਦਿੱਤੀ ਹੈ, ਇਸ ਦੇ ਨਾਲ ਨਾਲ ਜਿਹੜੀਆਂ ਸਹਾਇਕ ਸ਼ਕਤੀਆਂ ਨੇ ਮਤ ਦਿੱਤੀ ਹੈ, ਤੁਹਾਨੂੰ ਸੂਝ ਦਿੱਤੀ ਹੈ, ਇਹਦੀ ਵਰਤੋਂ ਕਰਦਿਆਂ ਇਸ ਅਨੂਪ ਵਸਤ ਜਿਹੜੀ ਰੱਬੀ ਜੋਤ ਇਹਦੇ ਅੰਦਰ ਹੈ, ਉਸ ਦੇ ਨਾਲ ਆਪਣਾ ਅੰਦਰੂਨੀ ਸਦੀਵੀ ਸੰਬੰਧ ਬਣਾ ਕੇ ਦਿਖਾਓ, ਇਹਨੂੰ ਮਿਲ ਕੇ ਦਿਖਾਓ, ਇਹਦੇ ਨਾਲ ਪਿਆਰ ਦਾ ਰਿਸ਼ਤਾ ਬਣਾ ਕੇ ਦਿਖਾਓ। ਇਹਦੇ ਲਈ ਤੁਹਾਡੇ ਕੋਲ ਦੇਖਣ ਸ਼ਕਤੀ, ਸੁਣਨ ਸ਼ਕਤੀ, ਵਿਚਾਰ ਸ਼ਕਤੀ, ਬੋਲਣ ਸ਼ਕਤੀ ਦਿੱਤੀ ਹੈ। ਜੇ ਤੁਸੀਂ ਇਹਨਾਂ ਦੀ ਸੁਚੱਜੀ ਸੁਚੇਤ ਹੋ ਕੇ ਵਰਤੋਂ ਕਰਨੀ ਸਿੱਖ ਲਓਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਸੰਭਾਵਨਾ ਹੈ ਕਿ ਤੁਸੀਂ ਵਿਕਾਰੀ ਬਿਰਤੀਆਂ ਦੀ ਮਾਰ ਹੇਠ ਆਏ ਹੋਏ, ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਖਾਂਦੇ ਜੀਵਨ ਦੇ ਲਈ ਯੋਗ ਕੀ ਹੈ, ਅਯੋਗ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਬੁਰਾ ਕੀ ਹੈ, ਭਲਾ ਕੀ ਹੈ, ਇਸ ਦਾ ਜਿਹੜਾ ਨਿਰਣਾ ਨਹੀਂ ਕਰ ਪਾਉਂਦੇ, ਇਸ ਦੇ ਬਾਰੇ ਤੁਹਾਨੂੰ ਆਪ ਸਮਝ ਨਹੀਂ ਪੈਂਦੀ, ਕੁਰਾਹੇ ਪਏ ਰਹਿੰਦੇ ਹੋ, ਖੁਆਰ ਹੁੰਦੇ ਰਹਿੰਦੇ ਹੋ, ਚਿੰਤਤ ਉਦਾਸ ਨਿਰਾਸ਼ ਹੋਏ ਰਹਿੰਦੇ ਹੋ। ਔਰ ਉਸ ਖੁਆਰੀ ਤੋਂ, ਉਸ ਬੇਚੈਨੀ ਅਸ਼ਾਂਤੀ ਤੋਂ ਤੁਸੀਂ ਬਚ ਸਕਦੇ ਹੋ ਜੇ ਤੁਹਾਨੂੰ ਇਹ ਮਿਲੀਆਂ ਹੋਈਆਂ ਦਾਤਾਂ ਦੀ ਸੁਚੱਜੇ ਢੰਗ ਨਾਲ ਸੁਚੇਤ ਹੋ ਕੇ ਵਰਤੋਂ ਕਰਨੀ ਆ ਜਾਏ। ਪਰ ਗੁਰੂਦੇਵ ਕਹਿੰਦੇ ਹੋ ਉਲਟ ਰਿਹਾ ਹੈ। ਜੋ ਕੁਛ ਇਹ ਸ਼ਕਤੀਆਂ ਮਿਲੀਆਂ ਨੇ, ਇਹਨਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ
ਕਿ ਇਹ ਸਾਡੇ ਵੱਲੋਂ ਕਿਵੇਂ ਵਰਤੀਆਂ ਜਾ ਰਹੀਆਂ ਨੇ। ਇਸੇ ਨੂੰ ਅੱਜ ਦੇ ਪਾਵਨ ਬਚਨ ਵਿੱਚ ਮਹਾਰਾਜ ਕਹਿੰਦੇ, ਸੁੱਤਿਆਂ ਸੁੱਤਿਆਂ ਹੀ ਬੇਧਿਆਨੇ ਹੋ ਕੇ, ਲਾਪਰਵਾਹ ਹੋ ਕੇ ਇਹਨਾਂ ਦੀ ਵਰਤੋਂ ਹੋ ਰਹੀ ਹੈ, ਤੇ ਨਤੀਜਾ ਇਹ ਨਿਕਲ ਰਿਹਾ ਕਿ ਇਹਨਾਂ ਮਿਲੀਆਂ ਹੋਈਆਂ ਦਾਤਾਂ ਰੂਪੀ ਸ਼ਕਤੀਆਂ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼ ਇਤਿਆਦਿ ਦਾ। ਅਸਲ ਵਿੱਚ ਜਿਹੜੇ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਡਰ, ਸਹਿਮ, ਚਿੰਤਾ ਵਾਲੇ ਤੁਹਾਡੇ ਇਹ ਦੇਖਣ ਨੂੰ ਮਿਲਦੇ ਹੈ ਨਾ ਦ੍ਰਿਸ਼, ਇਹ ਤੁਹਾਡੀ ਜਿਹੜੀ ਜ਼ਿੰਦਗੀ ਦੀ ਤਸਵੀਰ ਹੈ ਇਹ ਜਿਹੜੀ ਦੇਖਣ ਨੂੰ ਮਿਲਦੀ ਹੈ, ਇਹਦਾ ਕਾਰਨ ਇਹ ਹੈ ਕਿ ਇਹ ਬਹੁਤ ਕੀਮਤੀ ਦਾਤਾਂ ਸੀ ਵਾਹਿਗੁਰੂ ਜੀ ਨੇ ਦਿੱਤੀਆਂ, ਤੇ ਇਹਨਾਂ ਦਾਤਾਂ ਦੇ ਰਾਹੀਂ ਜੋ ਮਹਾ ਆਨੰਦ ਦੀ ਤੁਸੀਂ ਇੱਛਾ ਰੱਖਦੇ ਹੋ, ਉਹਦੇ ਮਿਲਣ ਦੀ ਸੰਭਾਵਨਾ ਹਰ ਇੱਕ ਅੰਦਰ ਸੀ। ਕੋਈ ਇਸ ਸੰਸਾਰ ਦੇ ਵਿੱਚ ਅਖੌਤੀ ਤੌਰ ਤੇ ਕਿਹਾ ਜਾਣ ਵਾਲਾ, ਭਾਵੇਂ ਨੀਚ ਜ਼ਾਤ ਦਾ, ਅਖੌਤੀ ਤੌਰ ਤੇ ਕਿਹਾ ਜਾਣ ਵਾਲਾ ਕੋਈ ਉੱਚੀ ਜ਼ਾਤ ਦਾ, ਇਹ ਚਾਰ ਵਰਨ ਜਿਹੜੇ ਬ੍ਰਾਹਮਣ, ਖੱਤਰੀ, ਸ਼ੂਦ, ਵੈਸ ਕਹੇ ਜਾਂਦੇ, ਇਹਨਾਂ ਵਿੱਚੋਂ ਕੋਈ ਵੀ ਬੰਦਾ ਜੇ ਸੁਚੇਤ ਹੋ ਕੇ ਇਹਨਾਂ ਵਾਹਿਗੁਰੂ ਜੀ ਵੱਲੋਂ ਮਿਲੀਆਂ ਹੋਈਆਂ ਸ਼ਕਤੀਆਂ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਕਰਨੀ ਸਿੱਖ ਲਵੇ, ਤਾਂ ਹਰ ਇੱਕ ਦੇ ਅੰਦਰ ਇਹ ਸੰਭਾਵਨਾ ਹੈ ਕਿ ਉਹ ਮਹਾ ਆਨੰਦ ਦੇ ਵਿੱਚ ਜੀਵੇ, ਇੱਕ ਬੇਪਰਵਾਹੀ ਵਿੱਚ, ਇੱਕ ਮਸਤੀ ਵਿੱਚ ਪ੍ਰਭੂ ਮਿਲਾਪ ਦਾ ਅਕਹਿ ਸੁਖ ਮਾਣਦਿਆਂ ਜੀ ਸਕਦਾ। ਤੇ ਇਸ ਪੂਰੇ ਜੀਵਨ ਨੂੰ ਜੇਤੂ ਵਾਂਗ, ਸਫਲ ਮਨੁੱਖ ਵਾਂਗ ਇਹਨਾਂ ਵਿਕਾਰੀ ਬਿਰਤੀਆਂ ਨੂੰ ਪਛਾੜ ਕੇ, ਹਰਾ ਕੇ, ਇਹਨਾਂ ਨੂੰ ਆਪਣੇ ਉੱਤੇ ਜਿਹੜਾ ਪ੍ਰਭਾਵ ਪਾ ਕੇ, ਉਜੜੇ ਪਾ ਕੇ ਦੁਖੀ ਬੇਚੈਨ ਕਰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਦੀ ਮਾਰ ਤੋਂ ਬਚਾ ਸਕਦਾ। ਔਰ ਫਿਰ ਇਹੋ ਜਿਹੇ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਨਤੀਜੇ ਜਿਹੜੇ ਨਿਕਲਦੇ ਨੇ ਉਹ ਵੀ ਬੜੇ ਵਿਸਮਾਦੀ ਨੇ। ਇਸ ਸੰਸਾਰ ਦਾ ਹਰ ਇੱਕ ਮਨੁੱਖ ਕੁਝ ਵੀ ਖੁੱਸ ਜਾਣ ਤੋਂ ਡਰਦਾ, ਵੱਧ ਤੋਂ ਵੱਧ ਪ੍ਰਾਪਤੀਆਂ ਸੰਸਾਰਕ ਤੌਰ ਤੇ ਚਾਹੁੰਦਾ, ਤੇ ਜੋ ਮਿਲਿਆ ਉਹ ਖੁੱਸ ਨਾ ਜਾਵੇ ਇਹਦੀ ਚਿੰਤਾ ਵਿੱਚ ਜਿਉਂਦਾ। ਪਰ ਜਿਹੜਾ ਆਪਣੇ ਇਸ ਸਰੀਰ ਦੀ, ਇਸ ਸਰੀਰ ਰਾਹੀਂ ਮਿਲੀਆਂ ਹੋਈਆਂ ਇਹਨਾਂ ਸ਼ਕਤੀਆਂ ਦੀ ਸੁਚੱਜੀ ਵਰਤੋਂ, ਗਿਆਨਮਈ ਵਰਤੋਂ ਕਰਨੀ ਸਿੱਖ ਲੈਂਦਾ ਹੈ ਸੁਚੇਤ ਹੋ ਕੇ, ਜਾਗਦਿਆਂ ਹੋਇਆਂ, ਤਾਂ ਮਹਾਰਾਜ ਕਹਿੰਦੇ ਫਿਰ ਉਹਨੂੰ ਨਾ ਤੇ ਮਰਨ ਦੀ ਚਿੰਤਾ ਰਹਿੰਦੀ ਹੈ, ਨਾ ਉਸ ਨੂੰ ਜੀਵਨ ਮੇਰਾ ਲੰਮੇਰਾ ਹੋ ਜਾਵੇ, ਇਹ ਜੀਵਨ ਦੀ ਲੰਮੇ ਜੀਵਨ ਦੀ ਕਦੀ ਨਾ ਮੁੱਕਣ ਵਾਲੇ ਜੀਵਨ ਦੀ ਲਾਲਸਾ ਵੀ ਮੁੱਕ ਜਾਂਦੀ, ਨਾ ਉਸ ਨੂੰ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਇਹ ਜਿਹੜੇ ਸਵਰਗਾਂ ਦੇ ਲਾਰੇ ਲਾਏ ਜਾਂਦੇ ਨੇ, ਅੱਗਾ ਸਵਾਰਨ ਦੇ ਲਾਰੇ ਲਾਏ ਜਾਂਦੇ ਨੇ, ਨਾ ਉਸ ਦੀ ਇੱਛਾ ਰਹਿ ਜਾਂਦੀ ਹੈ, ਨਾ ਨਰਕ ਦੇ ਵਿੱਚ ਪੈਣ ਦੀ ਚਿੰਤਾ ਰਹਿ ਜਾਂਦੀ ਹੈ। ਬਸ ਇਹ ਘੜੀਆਂ ਜਿਹੜੀਆਂ ਜੀਵਨ ਦੀਆਂ ਲੰਘ ਰਹੀਆਂ ਨੇ, ਇਸ ਨੂੰ ਮੈਂ ਇਸ ਜੀਵਨ ਦਾਤੇ ਜਿਹਨੇ ਮੈਨੂੰ ਇਹ ਸਰੀਰ ਦਿੱਤਾ, ਸਰੀਰ ਦੇ ਨਾਲ ਇਹ ਮਨ ਰੂਪੀ ਵਿਚਾਰ ਸ਼ਕਤੀ ਦਿੱਤੀ, ਮਤ ਦਿੱਤੀ, ਤੇ ਇਹਦੇ ਵਿੱਚ ਆਪਣੀ ਜੋਤ ਟਿਕਾਈ, ਇਸ ਜੋਤ ਨਾਲ ਆਪਣਾ ਆਤਮਿਕ ਰਿਸ਼ਤਾ, ਪਿਆਰ ਭਰਿਆ ਰਿਸ਼ਤਾ ਬਣਾ ਕੇ ਬਸ ਅੱਜ ਦੀ ਘੜੀ ਆਨੰਦ ਵਿੱਚ ਜਿਉਣਾ ਸਿੱਖ ਲਵਾਂ, ਅੱਜ ਦੇ ਪਲ ਨੂੰ ਸਫਲਾ ਕਰਨਾ ਸਿੱਖ ਲਵਾਂ, ਫਿਰ ਨਾ ਬੀਤੇ ਦਾ ਪਛਤਾਵਾ, ਨਾ ਭਵਿੱਖ ਦੀ ਚਿੰਤਾ। ਇੱਥੇ ਖੜੀ ਹੈ ਸਾਡੀ ਸੁਰਤੀ ਗੁਰੂ ਪਿਆਰਿਓ। ਜੋ ਕੁਝ ਪਿੱਛੇ ਬੀਤ ਚੁੱਕਿਆ ਉਹਦੇ ਵਿੱਚ ਸਾਨੂੰ ਇਸੇ ਗੱਲ ਦਾ ਪਛਤਾਵਾ ਰਹਿੰਦਾ ਹੈ, ਇਹ ਕੁਝ ਕਰ ਸਕਦੇ ਸੀ, ਇਹ ਕੁਝ ਮਿਲ ਸਕਦਾ ਸੀ, ਇਹ ਨਹੀਂ ਹੋਇਆ, ਉਹਦੇ ਲਈ ਹੌਕੇ ਭਰੀ ਜਾਂਦੇ ਆ। ਆਉਣ ਵਾਲੇ ਸਮੇਂ ਦੀ ਚਿੰਤਾ, ਆਪਣੀ ਪਰਿਵਾਰਾਂ ਦੀ, ਕੀ ਬਣੇਗਾ, ਕਿਵੇਂ ਮਿਲੇਗਾ, ਕਿਵੇਂ ਹੋਏਗਾ, ਬਸ ਮਹਾਰਾਜ ਕਹਿੰਦੇ ਬੀਤੇ ਦੀ ਫਿਕਰ, ਪਛਤਾਵਾ, ਸ਼ਰਮਿੰਦਗੀ, ਨਿੰਮੋ ਝੂਣਾਪਣ ਤੇ ਭਵਿੱਖ ਦੀਆਂ ਚਿੰਤਾਵਾਂ, ਇਹਦੇ ਵਿੱਚ ਤੁਸੀਂ ਆਪਣਾ ਵਰਤਮਾਨ ਗਵਾ ਰਹੇ ਹੋ। ਇਹਦੇ ਵਿੱਚ ਜਿਹੜਾ ਵਰਤਮਾਨ ਦਾ ਪਲ ਸੁਚੇਤ ਹੋ ਕੇ ਵਾਹਿਗੁਰੂ ਜੀ ਦੇ ਨਾਲ ਪਿਆਰ, ਯਾਦ ਦਾ ਰਿਸ਼ਤਾ ਜੋੜ ਕੇ ਇਹਦਾ ਆਨੰਦ ਮਾਣ ਸਕਦੇ ਹੋ।
ਇਹ ਤੋਂ ਤੁਸੀਂ ਵਾਂਝੇ ਰਹਿ ਜਾਂਦੇ ਹੋ। ਬਸ ਇਦਾਂ ਹੀ ਭਵਿੱਖ ਕਦੀ ਆਉਂਦਾ ਨਹੀਂ, ਭਵਿੱਖ ਦੀ ਚਿੰਤਾ ਜ਼ਰੂਰ ਲੱਗੀ ਰਹਿੰਦੀ ਹੈ, ਵਰਤਮਾਨ ਹੱਥੋਂ ਗੁਆਚ ਜਾਂਦਾ ਹੈ। ਹਰ ਘੜੀ ਹਰ ਪਲ ਇਸੇ ਤਰ੍ਹਾਂ ਹੀ ਬਤੀਤ ਕਰਦੇ ਹਾਂ, ਜੀਵਨ ਅਸਫਲ ਚਿੰਤਾਵਾਂ ਦੇ ਵਿੱਚ ਗੁਜ਼ਰ ਜਾਂਦਾ। ਸਾਹਿਬ ਕਹਿੰਦੇ ਇਹੋ ਹੀ ਪ੍ਰਮਾਣ ਹੈ ਸਾਡੇ ਜੀਵਨ ਵਿੱਚ ਸੁੱਤੇ ਹੋਣ ਦਾ, ਬੇਧਿਆਨੇ ਹੋ ਕੇ ਜਿਉਣ ਦਾ, ਅਵੇਸਲੇ ਹੋ ਕੇ ਜਿਉਣ ਦਾ। ਇਹਦੇ ਵਿੱਚ ਹੀ ਸਾਨੂੰ ਮਾਰ ਪੈਂਦੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ। ਔਰ ਇਸੇ ਕਰਕੇ ਗੁਰੂਦੇਵ ਕਹਿੰਦੇ ਬੰਦਾ ਆਪ ਵੀ ਦੁਖੀ ਹੈ, ਦੂਜਿਆਂ ਨੂੰ ਵੀ ਦੁਖੀ ਕਰਦਾ। ਇਹ ਧਰਤੀ ਤੇ ਸਾਜੀ ਸੀ ਧਰਮਸਾਲ ਬਣਾ ਕੇ, ਇੱਥੇ ਧਰਮੀ ਬਣ ਕੇ ਆਪਣੇ ਆਪ ਨੂੰ ਦੈਵੀ ਗੁਣਾਂ ਦਾ ਧਾਰਨੀ ਬਣਾ ਕੇ ਆਪ ਆਨੰਦਿਤ ਹੋਣ ਵਾਸਤੇ ਤੇ ਦੂਜਿਆਂ ਨੂੰ ਆਨੰਦ ਦੇਣ ਵਾਸਤੇ। ਤੇ ਅੱਜ ਹਾਲਤ ਇਹ ਹੈ, ਆਪ ਵੀ ਬੰਦਾ ਦੁਖੀ ਹੈ ਤੇ ਆਪਣੀਆਂ ਨਾ ਸਮਝੀਆਂ ਕਰਕੇ ਇਸ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵੈਸ਼ ਦੀ ਬਿਰਤੀ ਕਰਕੇ ਦੂਜਿਆਂ ਨੂੰ ਵੀ ਦੁਖੀ ਕਰ ਰਿਹਾ। ਵਸਦੇ ਰਸਦੇ ਸ਼ਹਿਰ ਮੁਲਕ ਤਬਾਹ ਹੋ ਰਹੇ ਨੇ ਕੁਝ ਬੰਦਿਆਂ ਦੇ ਹੰਕਾਰ ਈਰਖਾ ਕ੍ਰੋਧ ਦੇ ਕਰਕੇ, ਜਿਨ੍ਹਾਂ ਦੇ ਕੋਲ ਸ਼ਕਤੀ ਆ ਜਾਂਦੀ ਹੈ। ਕਮਜ਼ੋਰ ਆਦਮੀ ਨੇ ਆਪਣੀਆਂ ਇਹਨਾਂ ਵਿਕਾਰੀ ਬਿਰਤੀਆਂ ਕਰਕੇ ਆਪ ਹੀ ਖੁਆਰ ਹੋਣਾ, ਉਹਨੇ ਦੂਜੇ ਨੂੰ ਕੀ ਕਰਨਾ। ਪਰ ਜੇ ਕਿਤੇ ਇਹੋ ਜਿਹੀਆਂ ਬਿਰਤੀਆਂ ਦਾ ਸ਼ਿਕਾਰ ਲੋਕਾਂ ਕੋਲ ਤਾਕਤ ਆ ਜਾਏ ਤੇ ਫਿਰ ਉਹ ਇਸ ਸੰਸਾਰ ਨੂੰ ਮੌਤ ਵਾਲੇ ਪਾਸੇ ਤੋਰ ਦਿੰਦੇ। ਅੱਜ ਦੇਖ ਰਹੇ ਹਾਂ ਅਸੀਂ, ਇਹ ਹੋਇਆ ਪਿਆ ਹੈ। ਆ ਯੂਕਰੇਨ ਵਰਗੇ ਮੁਲਕ ਜਿਹੜੇ ਹੱਸਦੇ ਰਸਦੇ ਦੁਨੀਆ ਦੇ ਅਮੀਰ ਮੁਲਕ, ਜਿਨ੍ਹਾਂ ਦੇ ਕੋਲ ਕਿਸੇ ਚੀਜ਼ ਦਾ ਵਾਹਿਗੁਰੂ ਜੀ ਨੇ ਘਾਟਾ ਨਹੀਂ ਸੀ ਰਹਿਣ ਦਿੱਤਾ, ਕੁਦਰਤੀ ਸਰੋਤ ਬੜੇ, ਹੱਸਦੇ ਰਸਦੇ ਲੋਕ ਉੱਥੇ ਵਸਦੇ, ਲੋਕ ਖੁਸ਼ੀਆਂ ਨਾਲ ਰਹਿੰਦੇ। ਕੁਝ ਬੰਦਿਆਂ ਦਾ ਹੰਕਾਰ, ਕੁਝ ਬੰਦਿਆਂ ਦਾ ਕ੍ਰੋਧ, ਇੱਕ ਦੂਜੇ ਨੂੰ ਪਛਾੜਨ ਦੀ, ਇੱਕ ਦੂਜੇ ਦੇ ਉੱਤੇ ਆਪਣੀ ਸ੍ਰੇਸ਼ਟਤਾ ਸਿੱਧ ਕਰਨ ਦੀ ਬਿਰਤੀ ਨੇ ਮੌਤ ਦਾ ਐਸਾ ਤਾਂਡਵ ਨਾਚ ਉੱਥੇ ਕੀਤਾ। ਉਹ ਹੱਸਦੇ ਵਸਦੇ ਨਿਰਦੋਸ਼ ਕਰੋੜਾਂ ਲੋਕ ਮੌਤ ਦੀ ਗੋਦ ਵਿੱਚ ਚਲੇ ਗਏ। ਉਹ ਖੰਡਰ ਹੋ ਗਿਆ ਮੁਲਕ ਪੂਰੇ ਦਾ ਪੂਰਾ, ਸਿਰਫ ਕੁਝ ਬੰਦਿਆਂ ਦੇ ਇਸ ਕ੍ਰੋਧ ਹੰਕਾਰ ਈਰਖਾ ਕਰਕੇ। ਨਹੀਂ, ਮੈਂ ਸ੍ਰੇਸ਼ਟ ਹਾਂ, ਮੇਰੀ ਤਾਕਤ ਸਭ ਤੋਂ ਵੱਧ ਹੈ, ਮੇਰਾ ਲੋਹਾ ਮੰਨੋ, ਨਹੀਂ ਮੰਨੋਗੇ ਖਤਮ ਕਰ ਦਿਆਂਗੇ। ਆਹ ਹੋ ਰਿਹਾ ਕੁਝ ਬੰਦਿਆਂ ਦੇ ਕਰ। ਇਹੀ ਮਹਾਰਾਜ ਕਹਿੰਦੇ ਮਨੁੱਖੀ ਸਮਾਜ ਦਾ ਇਤਿਹਾਸ ਦੱਸਦਾ ਹੈ, ਜਿੱਥੇ ਜਿੱਥੇ ਵੀ ਕਿਤੇ ਇਹ ਵਿਕਾਰੀ ਬਿਰਤੀਆਂ ਮਨੁੱਖ ਦੀਆਂ ਵਾਹਿਗੁਰੂ ਵੱਲੋਂ ਮਿਲੀਆਂ ਹੋਈਆਂ ਇਹਨਾਂ ਦਾਤਾਂ ਤੇ ਭਾਰੂ ਹੁੰਦੀਆਂ ਨੇ, ਉੱਥੇ ਉੱਥੇ ਜੀਵਨ ਵਿੱਚ ਨਿੱਜੀ ਤੌਰ ਤੇ ਵੀ, ਪਰਿਵਾਰਕ ਤੌਰ ਤੇ ਵੀ, ਸਮਾਜਿਕ ਤੌਰ ਤੇ ਵੀ ਖੁਆਰੀ ਨਿਸ਼ਚਿਤ ਹੈ। ਪਰ ਸਾਹਿਬ ਕਹਿੰਦੇ ਜੇ ਕਿਤੇ ਇਸ ਅਵੇਸਲੇਪਣ ਤੋਂ ਗੁਰੂ ਦੀ ਬਖਸ਼ਿਸ਼ ਨਾਲ, ਕਿਸੇ ਮਹਾਂਪੁਰਖ ਦੀ ਅਗਵਾਈ ਵਿੱਚ ਵਾਹਿਗੁਰੂ ਜੀ ਦੇ ਦੈਵੀ ਗੁਣਾਂ ਦਾ ਚਿੰਤਨ ਕਰਦਿਆਂ ਸੁਚੇਤ ਹੋ ਕੇ ਜੀਵਿਆ ਜਾਵੇ ਤੇ ਬੰਦਾ ਆਪ ਵੀ ਆਨੰਦਿਤ ਹੋ ਸਕਦਾ ਹੈ, ਦੂਜਿਆਂ ਨੂੰ ਵੀ ਸੁਖ ਆਨੰਦ ਦੇਣ ਦੇ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਆਪਣੇ ਹੀ ਸਵਾਸਾਂ ਦੇ ਭਲੇ ਲਈ ਤੇ ਜਿਹੜਾ ਅਸੀਂ ਰੋਜ਼ ਇਕੱਠੇ ਹੋ ਕੇ ਸਤਿਗੁਰੂ ਦੇ ਦਰਬਾਰ ਵਿੱਚ ਜਾਂ ਨਿੱਜੀ ਤੌਰ ਤੇ ਜਿਹੜੀ ਅਰਦਾਸ ਕਰਦੇ ਹਾਂ, ਤੇਰੇ ਭਾਣੇ ਸਰਬੱਤ ਦਾ ਭਲਾ, ਉਹਦੀ ਪੂਰਤੀ ਲਈ ਇਸ ਬਚਨ ਨੂੰ ਮਨ ਬਿਰਤੀਆਂ ਦੀ ਇਕਾਗਰਤਾ ਨਾਲ, ਸੁਚੇਤਤਾ ਨਾਲ ਵਿਚਾਰਨ ਦਾ ਯਤਨ ਕਰੀਏ। ਮਤਾਂ ਕਿਤੇ ਇਸ ਦੁਨੀਆ ਦੀ ਭੀੜ ਵਿੱਚੋਂ ਨਿਕਲ ਕੇ ਸਾਨੂੰ ਆਪਣੀ ਇਸ ਮਾਇਆਵੀ ਵਿਕਾਰੀ ਬਿਰਤੀਆਂ ਦੀ ਨੀਂਦ ਵਿੱਚੋਂ ਜਾਗਣਾ ਆ ਜਾਵੇ, ਜਿਹਦੇ ਲਈ ਇਹ ਬਖਸ਼ਿਸ਼ ਕੀਤਾ ਉਪਦੇਸ਼ ਜਾਗਦੇ ਰਹਿਣ ਲਈ, ਸੁਚੇਤ ਹੋ ਕੇ ਜਿਉਣ ਲਈ, ਇਹ ਸਾਡੇ ਜੀਵਨ ਦਾ ਅਮਲੀ ਰੂਪ ਦੇ ਵਿੱਚ ਹਿੱਸਾ ਬਣ ਜਾਏ। ਰਹਾਉ ਦੀ ਪੰਕਤੀ ਵਿੱਚ ਸਾਹਿਬ ਜੀ ਫਰਮਾਨ ਕਰਦੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਇਹ ਗ੍ਰਹਿ ਭਾਵ ਇਹ ਸਰੀਰ ਰੂਪੀ ਘਰ, ਜਿੱਥੇ ਸਾਡੀਆਂ ਰੂਹਾਂ, ਸਾਡੀਆਂ ਆਤਮਾਵਾਂ, ਸਾਡੀਆਂ ਜਿੰਦਾਂ ਵਾਹਿਗੁਰੂ ਜੀ ਨੇ ਟਿਕਾਈਆਂ ਨੇ। ਇਹਦੇ ਵਿੱਚ ਪ੍ਰਾਣਾਂ ਦੀ ਇਹ ਪੂੰਜੀ ਦਿੱਤੀ ਹੈ, ਸਾਨੂੰ ਸਵਾਸ ਦਿੱਤੇ ਨੇ ਜਿਹੜੇ ਕਿ ਨਿਸ਼ਚਿਤ ਨੇ, ਲੇਖੇ ਵਿੱਚ ਨੇ। ਇੱਕ ਦਿਨ ਇਹਨਾਂ ਦੀ ਗਿਣਤੀ ਸ਼ੁਰੂ ਹੋਈ ਤੇ ਇੱਕ ਦਿਨ ਉਹ ਪਲ ਆਉਣਾ ਜਦੋਂ ਇਹ ਮੁੱਕ ਜਾਣੇ ਨੇ। ਰੇ ਮਨ ਲੇਖੇ ਚਾਲੈ
ਲੇਖੈ ਬੈਸੈ ਲੇਖੈ ਲੈਂਦਾ ਸਾਹਾ। ਤੇਰੇ ਸਵਾਸ ਲੇਖੇ ਵਿੱਚ ਨੇ, ਗਿਣਤੀ ਵਿੱਚ ਨੇ, ਮੁੱਕ ਜਾਣੇ ਨੇ ਇੱਕ ਦਿਨ। ਇਸੇ ਕਰਕੇ ਕਬੀਰ ਜੀ ਸੁਚੇਤ ਕਰਦੇ, ਇਹ ਨਾ ਸਮਝੀ ਹੁੰਦੀ ਹੈ ਇਸ ਸੰਸਾਰ ਦੇ ਮਾਤਾ ਪਿਤਾ ਕਹਾਉਣ ਵਾਲਿਆਂ ਦੀ। ਬੱਚਾ ਜਨਮ ਲੈਂਦਾ ਹੈ ਅਤੇ ਹਰ ਦਿਨ ਮਾਂ ਕਹਿੰਦੀ ਵੱਡਾ ਹੋ ਗਿਆ, ਹੁਣ ਪਹਿਲਾਂ ਨਾਲੋਂ ਵੱਡਾ ਹੋ ਗਿਆ। ਮਹਾਰਾਜ ਕਹਿੰਦੇ ਨਹੀਂ, ਵੱਡਾ ਨਹੀਂ ਹੁੰਦਾ, ਛੋਟਾ ਹੁੰਦਾ ਹੈ। ਸਵਾਸ ਘਟਦੇ ਨੇ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਇਹ ਔਧ, ਇਹ ਉਮਰ ਸਰੀਰ ਦੀ ਘਟਦੀ ਹੈ ਹਰ ਘੜੀ ਹਰ ਪਲ। ਅਤੇ ਇਸ ਉਮਰ ਦੇ ਵਿੱਚ ਜਿਹੜੀ ਸਾਡੀ ਆਤਮਾਵਾਂ ਦੀ ਯਾਤਰਾ ਹੈ, ਜੇ ਉਹ ਸੁਚੇਤ ਹੋ ਕੇ ਮਹਾਰਾਜ ਕਹਿੰਦੇ ਨਹੀਂ ਤੈਅ ਕੀਤੀ ਜਾਵੇਗੀ, ਤਾਂ ਇਹ ਯਾਤਰਾ ਤੁਹਾਨੂੰ ਉਸ ਆਨੰਦ ਦੀ ਪ੍ਰਾਪਤੀ ਦੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦੀ, ਬਲਕਿ ਇਹ ਸਵਾਸ ਵਿਅਰਥ ਚਲੇ ਜਾਂਦੇ ਨੇ। ਜਿਹੜੇ ਸਵਾਸਾਂ ਦੇ ਰਾਹੀਂ, ਇਹ ਮਿਲੀ ਹੋਈ ਪੂੰਜੀ ਰਾਹੀਂ ਆਨੰਦ ਦਾ ਲਾਹਾ ਪ੍ਰਾਪਤ ਕੀਤਾ ਜਾ ਸਕਦਾ ਹੈ, ਵਾਹਿਗੁਰੂ ਜੀ ਦੇ ਮਿਲਾਪ ਦਾ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ, ਉਸ ਤੋਂ ਵਾਂਝੇ ਰਹਿ ਕੇ ਚਿੰਤਾਵਾਂ, ਦੁੱਖ, ਕਲੇਸ਼, ਪਛਤਾਵਾ, ਸ਼ਰਮਿੰਦਗੀ, ਬਸ ਹੱਥ ਮਰੋੜੈ ਤਨ ਕਪੈ, ਸਿਆਹੋਂ ਹੋਵਾ ਸੇਤ ਵਾਲੀ ਅਵਸਥਾ ਬਣਦੀ ਹੈ। ਪਾਤਸ਼ਾਹ ਕਹਿੰਦੇ ਕੌਣ ਚਾਹੁੰਦਾ ਇਸ ਤਰ੍ਹਾਂ ਦੀ ਅਵਸਥਾ ਹੈ? ਕਿਹੜਾ ਮਨੁੱਖ ਹੈ ਸਾਡੇ ਵਿੱਚੋਂ ਜਿਹੜਾ ਇਸ ਤਰ੍ਹਾਂ ਦੀ ਨਮੋਸ਼ੀ ਭਰੀ, ਦੁਖੀ, ਚਿੰਤਾ ਵਾਲੀ ਅਵਸਥਾ ਵਿੱਚ ਇਸ ਸੰਸਾਰ ਵਿੱਚ ਜਿਉਣਾ ਚਾਹੁੰਦਾ ਹੈ ਅਤੇ ਇਹਦੇ ਵਿੱਚ ਮਰਨਾ ਚਾਹੁੰਦਾ ਹੈ? ਨਹੀਂ। ਪਾਤਸ਼ਾਹ ਕਹਿੰਦੇ ਜੇ ਤੁਸੀਂ ਸਾਰੇ ਇੱਛਾ ਰੱਖਦੇ ਹੋ ਤਾਂ ਫਿਰ ਜਾਗਣਾ ਸਿੱਖੋ, ਸੁਚੇਤ ਹੋਣਾ ਸਿੱਖੋ, ਬੇਧਿਆਨੇ ਨਹੀਂ, ਹਰ ਘੜੀ ਹਰ ਪਲ ਧਿਆਨ ਨਾਲ ਜਿਉਣਾ ਸਿੱਖੋ। ਅਤੇ ਜੇ ਤੁਹਾਨੂੰ ਸੁਚੇਤ ਹੋ ਕੇ ਜਿਉਣਾ ਆ ਗਿਆ, ਤੁਹਾਨੂੰ ਮਰਨ ਤੋਂ ਡਰ ਨਹੀਂ ਲੱਗੇਗਾ। ਇਹਨਾਂ ਸ਼ਕਤੀਆਂ ਨੂੰ, ਇਹਨਾਂ ਦੀ ਮਹੱਤਤਾ ਨੂੰ ਸਮਝੋ, ਕਿਵੇਂ ਤੁਹਾਡੇ ਅਵੇਸਲੇਪਣ ਨਾਲ ਇਹ ਵਿਅਰਥ ਜਾ ਰਹੀਆਂ ਨੇ। ਦਾਤਾਰ ਬਚਨ ਕਰਦੇ, ਦੇਖੋ ਭਾਈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਮਹਾਰਾਜ ਕਹਿੰਦੇ ਸਭ ਸੁੱਤੇ ਪਏ, ਇੱਕੋ ਸਤਿਗੁਰ ਜਾਗਤਾ, ਹੋਰ ਸਭ ਜਗ ਸੂਤਾ। ਮੋਹ ਪਿਆਸ ਸਭ ਸੰਸਾਰ ਮਹਾਰਾਜ ਕਹਿੰਦੇ ਸੁੱਤਾ ਪਿਆ, ਮੋਹ ਮਾਇਆ ਦੇ ਪ੍ਰਭਾਵ ਹੇਠ। ਅਸੀਂ ਕਹਿੰਦੇ ਹਾਂ ਪਾਤਸ਼ਾਹ ਕਿਵੇਂ ਅਸੀਂ ਸੁੱਤੇ ਪਏ ਹਾਂ? ਅਸੀਂ ਤਾਂ ਚੰਗੇ ਭਲੇ ਜਾਗਦੇ, ਹੱਸਦੇ, ਖੇਡਦੇ, ਕੰਮ ਕਾਜ ਕਰਦੇ, ਗੱਲਾਂ ਬਾਤਾਂ ਕਰਦੇ, ਦੁਨੀਆ ਦੇ ਵਿੱਚ ਵਿਚਰਦੇ ਹਾਂ। ਸਾਨੂੰ ਪਤਾ ਲੱਗਦਾ ਪਿਆ ਕਿ ਕਿੱਥੇ ਕੀ ਹੋ ਰਿਹਾ ਹੈ, ਅਸੀਂ ਕੀ ਕਰ ਰਹੇ ਹਾਂ। ਮਹਾਰਾਜ ਕਹਿੰਦੇ ਨਹੀਂ ਪਤਾ ਲੱਗ ਰਿਹਾ ਤੁਹਾਨੂੰ। ਜੇ ਤੁਹਾਨੂੰ ਪਤਾ ਲੱਗ ਰਿਹਾ ਹੁੰਦਾ ਤਾਂ ਤੁਸੀਂ ਕੁਰਾਹੇ ਪੈਣ ਤੋਂ, ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ, ਈਰਖਾ, ਦਵੇਸ਼ ਦੀ ਮਾਰ ਤੋਂ ਬਚਦੇ, ਪਰ ਨਹੀਂ ਬਚ ਪਾ ਰਹੇ। ਕਿਵੇਂ ਨਹੀਂ ਬਚ ਪਾ ਰਹੇ? ਉਹਦਾ ਖੁਲਾਸਾ ਕਰਦੇ ਹੈ ਸਾਹਿਬ। ਕਹਿੰਦੇ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਐ ਅੱਖਾਂ ਮਿਲੀਆਂ, ਦੇਖਣ ਸ਼ਕਤੀ ਮਿਲੀ ਇਹਨਾਂ ਦੇ ਰਾਹੀਂ। ਕਦੀ ਮਹਾਰਾਜ ਕਹਿੰਦੇ ਬੈਠ ਕੇ ਵਿਚਾਰ ਕੀਤੀ ਤੁਸੀਂ? ਕਦੀ ਆਪਣੇ ਆਪ ਨਾਲ ਕੁਝ ਘੜੀਆਂ ਰੋਜ਼ ਬਤੀਤ ਕੀਤੀਆਂ ਇਸ ਪੱਖੋਂ ਕਿ ਮੈਨੂੰ ਇਹ ਜਿਹੜੀ ਦੇਖਣ ਸ਼ਕਤੀ ਮਿਲੀ ਹੈ, ਇਹਨਾਂ ਨਾਲ ਜਦੋਂ ਮੈਂ ਸੰਸਾਰ ਨੂੰ ਦੇਖਦਾ ਤੇ ਕਿਵੇਂ ਦੇਖਦਾ? ਸੋਹਣਾ ਸਰੀਰ ਦੇਖਿਆ, ਉਹਨੂੰ ਦੇਖਦਿਆਂ ਹੋਇਆਂ ਮੇਰੇ ਅੰਦਰ ਕੀ ਭਾਵਨਾ ਜਾਗੀ? ਕਿ ਮੈਂ ਵਾਸ਼ਨਾ ਦਾ ਸ਼ਿਕਾਰ ਹੋਇਆ? ਉਹ ਸਰੀਰ ਦੀ ਸੁੰਦਰਤਾ ਦਾ ਆਕਰਸ਼ਣ ਦੇਖ ਕੇ ਕੀ ਉਸ ਨੂੰ ਮਾਲਕ ਬਣ ਕੇ ਉਹ 'ਤੇ ਕਬਜ਼ਾ ਕਰਕੇ ਭੋਗਣ ਦੀ ਬਿਰਤੀ ਆਈ? ਜਾਂ ਉਸ ਸਰੀਰ ਨੂੰ ਦੇਖ ਕੇ ਵਾਹਿਗੁਰੂ ਜੀ ਦਾ ਚੇਤਾ ਆਇਆ, ਵਾਹ ਪਾਤਸ਼ਾਹ, ਐਸੇ ਸੋਹਣੇ ਸਰੀਰ ਰੂਪੀ ਭਾਂਡੇ ਤੁਸੀਂ ਘੜੇ, ਕਿੰਨੇ ਸੁੰਦਰ ਚਿੱਤਰਕਾਰ ਤੁਸੀਂ, ਕਿੰਨੇ ਸੋਹਣੇ ਤੁਸੀਂ ਬੁੱਤ ਘਾੜੇ, ਵਾਹਿਗੁਰੂ ਕਿੰਨੇ ਸੋਹਣੇ ਸਿਰਜਣਹਾਰ ਤੁਸੀਂ। ਕਦੀ ਇਸ ਤਰੀਕੇ ਨਾਲ ਇਹਨਾਂ ਅੱਖਾਂ ਨਾਲ ਦੇਖਣਾ ਆਇਆ ਸੰਸਾਰ ਨੂੰ? ਮਹਿਲ ਮਾੜੀਆਂ ਦੇਖਦੇ ਹੋ ਦੂਜਿਆਂ ਦੀਆਂ, ਕੁਦਰਤ ਦੇ ਸੋਹਣੇ ਨਜ਼ਾਰੇ ਦੇਖਦੇ ਹੋ, ਦੇਖਦਿਆਂ ਕਦੀ ਇਹਦੇ ਵਿੱਚੋਂ ਵਾਹਿਗੁਰੂ ਜੀ ਦੀ ਵਰਤ ਰਹੀ ਕਲਾ, ਇਹ ਮਿਲੀਆਂ ਹੋਈਆਂ ਦਾਤਾਂ ਦੂਜਿਆਂ ਨੂੰ ਭਾਵੇਂ ਮਿਲੀਆਂ, ਕਦੀ ਉਹਦੇ ਵਿੱਚੋਂ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਅਹਿਸਾਸ ਹੋਇਆ? ਮਹਾਰਾਜ ਕਹਿੰਦੇ ਨਹੀਂ ਹੁੰਦਾ। ਬਲਕਿ ਹਰ ਵਾਰੀ ਵਾਸ਼ਨਾਵਾਂ ਸਾਡੀ ਇਸ ਦੇਖਣ ਸ਼ਕਤੀ ਰਾਹੀਂ ਸਾਡੇ ਦਿਲੋਂ ਦਿਮਾਗ 'ਤੇ ਭਾਰੂ ਹੋ ਜਾਂਦੀਆਂ ਨੇ। ਇਹਦੀ ਵਿਆਖਿਆ ਕਰਨ ਦੀ ਲੋੜ ਨਹੀਂ, ਸਾਨੂੰ ਸਭ ਨੂੰ ਪਤਾ ਹੈ। ਸਾਡੇ
ਮਨਾਂ ਅੰਦਰ ਕੀ ਵਿਚਰਦਾ, ਦੁਨੀਆ ਨੂੰ ਪਤਾ ਲੱਗੇ ਨਾ ਲੱਗੇ, ਪਰ ਸਾਡੇ ਅੰਦਰ ਤੇ ਜੇ ਥੋੜ੍ਹੇ ਸੁਚੇਤ ਹੋਈਏ ਸਾਨੂੰ ਪਤਾ ਲੱਗਦਾ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਇਹਨਾਂ ਅੱਖਾਂ ਨਾਲ ਗੱਲਾਂ ਕਰਨੀਆਂ ਸਿੱਖੋ, ਤਾਂ ਕਿ ਇਹ ਦੇਖਣ ਸ਼ਕਤੀ ਜਿਹੜੀ ਹੈ ਇਹ ਮੈਲੀ ਨਾ ਹੋਵੇ, ਇਹਦੇ ਵਿੱਚ ਬੇਸੰਜਮਾਪਣ ਨਾ ਆਵੇ। ਇਹ ਜਿੰਨੇ ਮਾੜੇ ਨਤੀਜੇ ਇਸ ਸੰਸਾਰ ਦੇ ਵਿੱਚ ਰੇਪ ਦੇ, ਦੂਜਿਆਂ ਦੇ ਸਰੀਰਾਂ ਦੇ ਨਾਲ ਪੱਤ ਲੁੱਟਣ ਵਾਲੇ ਇੱਥੇ ਨਜ਼ਰ ਆਉਂਦੇ ਹੈ, ਜਾਂ ਦੂਜਿਆਂ ਦੇ ਪ੍ਰਤੀ ਜਿਹੜੀ ਈਰਖਾ ਦਵੈਸ਼ ਦੀ ਭਾਵਨਾ, ਮਰਨ ਮਰਾਉਣ ਦੀ ਭਾਵਨਾ, ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਆਪਣਾ, ਇਹ ਬੇਗਾਨਾ ਹੈ, ਦੁਨੀਆ ਦੇ ਮਹਿਲ ਮਾੜੀਆਂ ਦੂਜਿਆਂ ਕੋਲ ਦੇਖ ਕੇ ਈਰਖਾ ਪੈਦਾ ਹੋਣੀ, ਇਹ ਮੇਰੇ ਕੋਲ ਕਿਉਂ ਨਹੀਂ ਹਨ, ਇਹਦਾ ਮੈਂ ਮਾਲਕ ਕਿਵੇਂ ਬਣ ਜਾਵਾਂ, ਇਹ ਪਦਵੀਆਂ ਜਿਹੜੀਆਂ ਦੂਜਿਆਂ ਨੂੰ ਮਿਲੀਆਂ ਇਹ ਮੇਰੀਆਂ ਕਿਵੇਂ ਹੋ ਜਾਣ। ਇੱਥੇ ਪਈਆਂ ਹੋਈਆਂ ਗੋਲਕਾਂ, ਇੱਥੇ ਬਣੇ ਹੋਏ ਇਹ ਸਤ ਸੰਗੀ, ਗੁਰੂ ਘਰ, ਗੁਰੂ ਦੇ ਦਰਬਾਰ, ਇੱਥੇ ਸੇਵਕ ਬਣ ਕੇ ਨਹੀਂ, ਮੈਂ ਪ੍ਰਧਾਨ ਸਕੱਤਰ ਬਣ ਕੇ ਕਿਵੇਂ ਇੱਥੇ ਕਾਬਜ਼ ਹੋ ਜਾਵਾਂ। ਇਹ ਬਿਰਤੀ ਮਹਾਰਾਜ ਕਹਿੰਦੇ ਇਹ ਵਿਕਾਰੀ ਬਿਰਤੀ ਹੈ। ਇਹਨਾਂ ਅੱਖਾਂ ਨੂੰ ਜਦੋਂ ਮਹਾਰਾਜ ਕਹਿੰਦੇ ਮੈਂ ਕਹਿੰਦਾ ਨੀਂਦ ਆਈ ਹੋਈ ਹੈ, ਤੇ ਇਹ ਸਰੀਰਕ ਨੀਂਦ ਦੀ ਗੱਲ ਨਹੀਂ ਹੈ, ਇਹ ਉਸ ਸ਼ਕਤੀ ਦੇ ਬੇਸੰਜਮੇ ਤਰੀਕੇ ਨਾਲ ਕੀਤੇ ਹੋਏ ਇਸਤੇਮਾਲ ਦੀ ਚਰਚਾ ਕਰ ਰਿਹਾ ਮਹਾਰਾਜ ਕਹਿੰਦੇ ਮੈਂ। ਇਸ ਕਰਕੇ ਗੁਰਦੇਵ ਕਹਿੰਦੇ ਜਾਗਣਾ ਸਿੱਖੋ, ਸੁਚੇਤ ਹੋਣਾ ਸਿੱਖੋ। ਉਹ ਕਿਵੇਂ ਹੋਏਗਾ? ਰੋਜ਼ ਇਹਦੇ ਨਾਲ ਗੱਲਾਂ ਕਰੋ, ਕੱਲੇ ਕੱਲੇ ਅੰਗ ਨਾਲ। ਮਹਾਰਾਜ ਕਹਿੰਦੇ ਮੈਂ ਤੁਹਾਨੂੰ ਗੱਲਾਂ ਕਰਨੀਆਂ ਸਿਖਾਉਣੀਆਂ ਚਾਹੁੰਦਾ। ਦੁਨੀਆ ਨੂੰ ਤੁਹਾਡੇ ਇਹਨਾਂ ਗਲਤ ਤਰੀਕੇ ਨਾਲ ਵਰਤੇ ਹੋਏ ਸਰੋਤਾਂ ਨੂੰ, ਇਹਨਾਂ ਮਿਲੇ ਹੋਏ ਗਿਆਨ ਇੰਦਰੀਆਂ ਨੂੰ ਤੁਸੀਂ ਵਰਤਦੇ ਹੋ ਜਦੋਂ ਮਾੜੇ ਜਾਂ ਚੰਗੇ ਤਰੀਕੇ ਨਾਲ, ਦੁਨੀਆ ਨੂੰ ਤੇ ਭਾਵੇਂ ਪਤਾ ਲੱਗੇ ਨਾ ਲੱਗੇ, ਅੰਤਰਯਾਮੀ ਜਿਹੜੇ ਅੰਦਰ ਹੈ ਨਾ, ਮਹਾਰਾਜ ਕਹਿੰਦੇ ਉਹਨਾਂ ਨੂੰ ਪਤਾ। ਅੰਤਰਯਾਮੀ ਸਤਿਗੁਰੂ ਜਿਹਦੇ ਕੋਲੋਂ ਦਾਤਾਂ ਲੈਣ ਆਉਣੇ ਉਹਨਾਂ ਨੂੰ ਪਤਾ। ਇਸ ਕਰਕੇ ਆਤਮ ਪੜਚੋਲ ਕਰਨੀ ਸਿੱਖੋ। ਮਹਾਰਾਜ ਕਹਿੰਦੇ ਆਪਣਾ ਆਤਮ ਚਿੰਤਨ, ਆਪਣੇ ਆਪ ਦਾ ਲੇਖਾ ਜੋਖਾ ਆਪ ਕਰਨ ਦੀ ਜਾਂਚ ਸਿੱਖੋ। ਤੇ ਜਾਂਚ ਸਿਖਾਉਣ ਵਾਸਤੇ ਸਤਿਗੁਰੂ ਕਹਿੰਦੇ ਮੈਂ ਹੈਗਾ। ਇਹ ਸ਼ਬਦ ਤੁਹਾਨੂੰ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਜਿਹੜੀ ਦਾਤ ਤੁਹਾਨੂੰ ਦਿੱਤੀ ਹੈ, ਗਿਆਨ ਦਾ ਭੰਡਾਰਾ ਦਿੱਤਾ, ਇਸ ਨੂੰ ਆਧਾਰ ਬਣਾਓ। ਇਹਦੇ ਰਾਹੀਂ ਮਹਾਰਾਜ ਕਹਿੰਦੇ ਕਦੀ ਅੱਖਾਂ ਨਾਲ ਗੱਲਾਂ ਕਰਨੀਆਂ ਸਿੱਖੋ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕਦੀ ਇੱਦਾਂ ਗੱਲਾਂ ਕੀਤੀਆਂ ਅਸੀਂ? ਬਾਣੀ ਤੇ ਮੈਂ ਵੀ ਪੜ੍ਹ ਲਈ, ਸੁਣਾਤੀ, ਅਰਥ ਯਾਦ ਕਰ ਲਏ ਵਿਦਵਾਨਾਂ ਦੀਆਂ ਕਿਤਾਬਾਂ ਗ੍ਰੰਥ ਪੜ੍ਹ ਕੇ, ਪਰ ਇਹਨੂੰ ਕਦੀ ਦ੍ਰਿੜਾਉਣ ਦੀ, ਕਮਾਉਣ ਦੀ ਕੋਸ਼ਿਸ਼ ਮੈਂ ਕੀਤੀ। ਆਤਮ ਚਿੰਤਨ ਇਹ ਮੈਂ ਦੇਖਣਾ ਹੈ। ਪਾਤਸ਼ਾਹ ਕਹਿੰਦੇ ਇਹੀ ਮੈਂ ਚਾਹੁੰਦਾ ਤੁਸੀਂ ਇੱਥੇ ਬੈਠ ਕੇ ਮੇਰੇ ਕੋਲੋਂ ਇਹ ਸਿੱਖੋ। ਅੱਜ ਦੇ ਬਚਨ ਵਿੱਚ ਸਾਹਿਬ ਜੀ ਨੇ ਇਹੋ ਹੀ ਸਾਨੂੰ ਸਮਝਾਇਆ ਹੈ। ਮੇਰੇ ਕੋਲ ਆਉਣ ਦਾ, ਮਹਾਰਾਜ ਕਹਿੰਦੇ ਇਹ ਸਤਸੰਗ ਵਿੱਚ ਆਉਣ ਦਾ, ਗੁਰੂ ਦੇ ਪਿਆਰਿਆਂ ਸਤਸੰਗੀਆਂ ਨਾਲ ਮਿਲ ਬੈਠ ਕੇ ਗੁਰੂ ਸ਼ਬਦ ਦਾ ਪਠਨ ਪਾਠਨ ਦਾ, ਕੀਰਤਨ ਦਾ, ਵਿਚਾਰ ਦਾ ਲਾਹਾ ਲੈਣ ਦਾ ਇਹੋ ਹੀ ਮਕਸਦ ਹੈ ਕਿ ਸਾਨੂੰ ਬਾਹਰ ਮੁਖੀ ਆਪਣੀਆਂ ਬਿਰਤੀਆਂ ਨੂੰ ਅੰਤਰਮੁਖੀ ਕਰਨ ਦੀ, ਦੁਨੀਆ ਵਾਂਗ ਜਿਉਣ ਦੀ ਨਹੀਂ, ਦੁਨੀਆ ਦੀ ਪਰਵਾਹ ਕਰਕੇ ਨਹੀਂ, ਦੁਨੀਆ ਦੇ ਰੰਗ ਤਮਾਸ਼ਿਆਂ ਵੱਲ ਧਿਆਨ ਦੇ ਕੇ ਨਹੀਂ, ਬਲਕਿ ਆਪਣੇ ਅੰਦਰ ਧਿਆਨ ਦੇ ਕੇ ਮੇਰੇ ਅੰਦਰ ਕੀ ਚੱਲ ਰਿਹਾ ਹੈ, ਮੈਂ ਕਿਸ ਤਰ੍ਹਾਂ ਦੀ ਬਿਰਤੀ ਵਿੱਚ ਜਿਉ ਰਹੀ ਹਾਂ, ਮੈਂ ਕਿਸ ਤਰ੍ਹਾਂ ਦੀ ਮਨੋ ਅਵਸਥਾ ਦੇ ਵਿੱਚ, ਮਾੜੀ ਜਾਂ ਚੰਗੀ ਵਿੱਚ ਸਮਾਂ ਗੁਜ਼ਾਰ ਰਹੇ ਹਾਂ। ਇਹਦਾ ਲੇਖਾ ਜੋਖਾ ਮਹਾਰਾਜ ਕਹਿੰਦੇ ਸੁਚੇਤ ਹੋ ਕੇ ਰੋਜ਼ ਕਰਨਾ ਸਿੱਖੋਗੇ ਤਾਂ ਤੁਸੀਂ ਇਹਨਾਂ ਵਿਕਾਰੀ ਬਿਰਤੀਆਂ ਦੀ ਮਾਰ ਤੋਂ ਬਚ ਸਕੋਗੇ। ਨਹੀਂ ਤੇ ਕਿਸ ਵੇਲੇ ਦੇਖਦਿਆਂ ਸੰਸਾਰ ਨੂੰ ਇਹ ਕਾਮੁਕ ਵਾਸ਼ਨਾਵਾਂ ਵਾਲੀਆਂ ਬਿਰਤੀਆਂ ਨੇ ਸਾਡੀਆਂ ਅੱਖਾਂ ਨੂੰ ਮੈਲੇ ਕਰਕੇ ਸਾਨੂੰ ਸ਼ਰਮਿੰਦਗੀ ਭਰੇ ਨਤੀਜਿਆਂ ਵੱਲ ਲੈ ਜਾਣਾ, ਪਤਾ ਵੀ ਨਹੀਂ ਲੱਗਦਾ। ਬਾਅਦ ਦੇ ਵਿੱਚ ਜਦੋਂ ਮਾੜੇ ਨਤੀਜੇ ਆਉਂਦੇ ਨੇ ਉਸ ਵੇਲੇ ਫਿਰ ਪਛਤਾਵਾ ਹੁੰਦਾ ਹੈ, ਇਹ ਸਾਡੇ ਕੋਲੋਂ ਕੀ ਹੋ ਗਿਆ। ਮਹਾਰਾਜ ਕਹਿੰਦੇ ਜੇ ਪਹਿਲਾਂ ਹੀ ਸੁਚੇਤ ਹੋਈਏ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜ਼ਾਏ। ਇਹੋ ਜਿਹੇ ਨਮੋਸ਼ੀ ਭਰੇ ਤੇ ਫਿਰ ਸਜ਼ਾਵਾਂ ਵਾਲੇ ਪਲ ਨਹੀਂ ਆਉਂਦੇ। ਜੇ ਮਹਾਰਾਜ ਕਹਿੰਦੇ ਇਹ ਬਿਰਤੀ ਆ ਜਾਏ ਜਿਹੜੀ ਦਾ ਜ਼ਿਕਰ ਕਰਦੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਜਦੋਂ ਅਸੀਂ ਪਰਾਇਆਂ ਵੱਲ ਦੇਖਦੇ ਹਾਂ ਤੇ ਉਹਦੇ ਵਿੱਚ ਵਿਕਾਰੀ ਬਿਰਤੀ, ਮੈਲੀ ਬਿਰਤੀ ਆ ਜਾਂਦੀ ਹੈ, ਬੇਸੰਜਮਾਪਣ ਆ ਜਾਂਦਾ ਹੈ। ਹਰ ਚੀਜ਼ ਜਿਹੜੀ ਸਾਨੂੰ ਆਕਰਸ਼ਿਤ ਕਰਦੀ ਉਹਦੇ 'ਤੇ ਕਾਬਜ਼ ਹੋ ਕੇ, ਮਾਲਕ ਬਣ ਕੇ
ਖੋਹਾ ਖਿੰਜੀ ਨਾਲ ਉਹਨੂੰ ਭੋਗਣ ਵਾਲੀ ਬਿਰਤੀ ਆਉਂਦੀ ਹੈ, ਉੱਥੇ ਮਹਾਰਾਜ ਕਹਿੰਦੇ ਤੁਸੀਂ ਗਲਤ ਹੋ ਜਾਂਦੇ ਹੋ। ਉੱਥੇ ਫਿਰ ਤੁਸੀਂ ਉਸ ਬੇਚੈਨੀ ਵਾਲੇ ਰਾਹ, ਡਰ ਚਿੰਤਾ ਵਾਲੇ ਰਾਹ 'ਤੇ ਪੈ ਜਾਂਦੇ ਹੋ, ਨਮੋਸ਼ੀ ਵਾਲੇ ਰਾਹ 'ਤੇ ਪੈ ਜਾਂਦੇ ਹੋ, ਜਿਹੜਾ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਦੀ ਵੀ ਆਨੰਦ ਦੇ ਵਿੱਚ ਸਹਾਈ ਨਹੀਂ ਹੋ ਸਕਦਾ। ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਕੰਨ ਸਾਡੇ ਸੁਣਨ ਸ਼ਕਤੀ, ਮਹਾਰਾਜ ਕਹਿੰਦੇ ਕਿੰਨੀ ਕੀਮਤੀ ਸ਼ਕਤੀ ਹੈ। ਸਭ ਕੁਝ ਸੁਣ ਸਕਦੇ ਹੋ ਤੁਸੀਂ ਇਹਦੇ ਰਾਹੀਂ। ਦੁਨੀਆ ਦੀ ਨਿੰਦਿਆ ਚੁਗਲੀ ਵੀ ਸੁਣ ਸਕਦੇ ਹੋ, ਕਬੋਲ ਵੀ ਸੁਣ ਸਕਦੇ ਹੋ, ਬਿਰਤੀਆਂ ਨੂੰ ਚੰਚਲ ਕਰਨ ਵਾਲੇ ਉਹ ਗੀਤ ਨਾਦ ਵੀ ਸੁਣ ਸਕਦੇ ਹੋ। ਹੋਰ ਵੀ ਬਹੁਤ ਕੁਝ ਸੁਣਿਆ ਜਾ ਸਕਦਾ ਹੈ, ਪਰ ਇਹਦੇ ਨਾਲ ਨਾਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਗੀਤ ਵੀ ਸੁਣੇ ਜਾ ਸਕਦੇ ਹੈ। ਵਾਹਿਗੁਰੂ ਜੀ ਦੇ ਅਨੰਤ ਗੁਣਾਂ ਦੀ ਵਿਚਾਰ ਪਾਠ ਸੋਹਿਲਾ ਉਹ ਵੀ ਸੁਣਿਆ ਜਾ ਸਕਦਾ ਹੈ। ਬਸ ਸੁਣਨ ਦਾ ਜਿਹੜਾ ਇਹ ਦਾਤ ਮਿਲੀ ਹੈ, ਇਸ ਦਾ ਇਸਤੇਮਾਲ, ਇਹਦੀ ਵਰਤੋਂ ਕਿਵੇਂ ਕਰ ਰਹੇ ਹਾਂ। ਪਾਤਸ਼ਾਹ ਕਹਿੰਦੇ ਇੱਥੇ ਹੀ ਤੁਹਾਡੀ ਖੁਸ਼ੀ ਜਾਂ ਗਮ ਜਾਂ ਦੁੱਖ ਜਾਂ ਸੁੱਖ ਦਾ ਉਹ ਨਤੀਜਾ ਪਿਆ ਹੈ। ਮਹਾਰਾਜ ਕਹਿੰਦੇ ਹੋ ਇਹ ਰਿਹਾ ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਸੁਣਨੀ ਤੇ ਸੀ ਉਸਤਤੀ ਵਾਹਿਗੁਰੂ ਜੀ ਦੀ, ਗੁਣਾਂ ਦਾ ਗਾਇਨ ਸੁਣਨਾ ਸੀ, ਸੁਣਨ ਲੱਗ ਗਏ ਅਸੀਂ ਦੁਨੀਆ ਦੀ ਨਿੰਦਿਆ ਚੁਗਲੀ। ਉਹਨੇ ਕੀ ਕੀਤਾ, ਉਹਨੇ ਕੀ ਕੀਤਾ, ਬੜਾ ਮਾੜਾ ਬੰਦਾ ਹੈ, ਬੜੀ ਮਾੜੀ ਗੱਲ ਕਰਦਾ ਹੈ। ਬਸ ਸਾਰਾ ਦਿਨ ਦੁਨੀਆ ਦਾ ਕੂੜਾ ਕਰਕਟ ਹੀ ਅਸੀਂ ਕੰਨਾਂ ਰਾਹੀਂ ਸੁਣ ਸੁਣ ਕੇ ਆਪਣਾ ਅੰਦਰ ਕੂੜਾਦਾਨ ਬਣਾ ਲਿਆ। ਪਹਿਲਾਂ ਤੇ ਆਪਣੀਆਂ ਹੀ ਵਿਕਾਰੀ ਬਿਰਤੀਆਂ ਦੀ ਮੈਲ ਨਹੀਂ ਸਾਡੇ ਕੋਲੋਂ ਸੰਭਾਲੀ ਜਾਂਦੀ। ਮੈਂ ਅਕਸਰ ਬੇਨਤੀ ਕਰਦਾ, ਹੁੰਦਾ ਕੀ ਪਿਆ, ਅਸੀਂ ਆਪਣੇ ਆਪ ਨਾਲ ਵੀ 5-10 ਮਿੰਟ ਨਹੀਂ ਜੇ ਬੈਠ ਸਕਦੇ। ਕਹਿੰਦੇ ਜੀ ਬੋਰ ਹੋ ਗਏ ਇਕੱਲੇ ਬੈਠ ਕੇ, ਉਕਤਾ ਗਏ। ਇਹ ਬੋਰ ਹੋਣਾ ਜਿਹੜਾ ਹੈ, ਉਕਤਾਉਣਾ ਜਿਹੜਾ ਹੈ, ਜਦੋਂ ਫਿਰ ਅਸੀਂ ਲੱਭਦੇ ਹਾਂ ਕੋਈ ਦੂਜਾ ਮਿਲ ਜਾਏ, ਸਾਨੂੰ ਫੋਨ ਕਰਦੇ ਹਾਂ, ਜੀ ਕਿੱਥੇ ਹੋ ਤੁਸੀਂ, ਦੱਸੋ ਜੀ, ਮੈਂ ਬੋਰ ਹੋ ਰਿਹਾ, ਇਕੱਲਾ ਬੈਠਾ ਬੈਠਾ ਬੋਰ ਹੋ ਰਹੀ ਹਾਂ, ਆਓ ਛੇਤੀ ਆਪਾਂ ਗੱਪ ਸ਼ੱਪ ਮਾਰੀਏ। ਉਹ ਭਾਈ 5-10 ਮਿੰਟ ਵੀ ਆਪਣੇ ਆਪ ਨਾਲ ਇਕੱਲੇ ਨਹੀਂ ਬੈਠ ਸਕਦੇ। ਪਿਆਰ ਤੁਸੀਂ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਕਰਦੇ ਹੋ। ਇਹ ਕੀ ਗੱਲ ਹੋਈ, ਆਪਣੇ ਆਪ ਤੋਂ ਹੀ ਅਸੀਂ ਉਕਤਾ ਗਏ। ਮਹਾਰਾਜ ਕਹਿੰਦੇ ਇਹ ਕਾਰਨ ਹੈ, ਅੰਦਰ ਤੁਹਾਡੀ ਜਿਹੜੀ ਬਿਰਤੀ ਹੈ ਨਾ, ਮਨੋ ਅਵਸਥਾ ਹੈ, ਉਹ ਮੈਲੀ ਹੋਈ ਪਈ ਹੈ ਵਿਕਾਰੀ ਬਿਰਤੀਆਂ ਕਰਕੇ। ਆਪਣੇ ਹੀ ਔਗਣਾਂ ਦੀ ਦੁਰਗੰਧ ਤੁਹਾਨੂੰ ਬੇਚੈਨ ਅਸ਼ਾਂਤ ਕਰ ਰਹੀ ਹੈ। ਉਹ ਤੋਂ ਬਚਣ ਲਈ ਕਦੀ ਨਸ਼ਿਆਂ ਦਾ ਆਸਰਾ ਲੈਂਦੇ ਹੋ, ਕਦੀ ਰੰਗ ਤਮਾਸ਼ਿਆਂ ਦਾ ਆਸਰਾ ਲੈਂਦੇ ਹੋ, ਕਦੀ ਤੁਸੀਂ ਦੂਜਿਆਂ ਦੀ ਸੰਗਤ ਲੱਭਦੇ ਹੋ। ਲੱਭੋ, ਮਹਾਰਾਜ ਕਹਿੰਦੇ, ਪਰ ਕਿਹਨਾਂ ਦੀ ਸੰਗਤ, ਜਿਨ੍ਹਾਂ ਦਾ ਅੱਜ ਮਹਾਰਾਜ ਜ਼ਿਕਰ ਕਰਨਗੇ ਅੱਗੇ ਜਾ ਕੇ। ਸਾਹਿਬ ਜੀ ਕਹਿੰਦੇ ਰਸਨਾ ਸੋਈ ਲੋਭ ਮਿੱਠੇ ਸਾਧ। ਜੀਭ ਸੁੱਤੀ ਪਈ ਹੈ ਦੁਨੀਆ ਦੇ ਪਦਾਰਥਾਂ ਦੇ ਰਸਾਂ ਕਸਾਂ ਵਿੱਚ। ਕਿੰਨੀ ਸ਼ਕਤੀ ਹੈ ਇਸ ਛੋਟੇ ਜਿਹੇ ਮਾਸ ਦੇ ਲੋਥੜੇ ਵਿੱਚ। ਇੰਨਾ ਕੁ ਛੋਟਾ ਜਿਹਾ ਮਾਸ ਦਾ ਬਣਿਆ ਹੋਇਆ ਇਹ ਅੰਗ, ਕਿੰਨੀਆਂ ਸ਼ਕਤੀਆਂ ਇਹਦੇ ਵਿੱਚ ਵਾਹਿਗੁਰੂ ਜੀ ਨੇ ਪਾਈਆਂ। ਮੈਂ ਬਾਰ-ਬਾਰ ਬੇਨਤੀ ਕਰਦਾ, ਕਦੀ ਵਿਚਾਰੀਏ ਤੇ ਸਹੀ ਇਹਨਾਂ ਗੱਲਾਂ ਨੂੰ। ਕਿੰਨਾ ਨਿਵਾਜਿਆ ਪਿਆ ਸਾਨੂੰ ਸਤਿਗੁਰੂ ਜੀ ਨੇ, ਵਾਹਿਗੁਰੂ ਜੀ ਨੇ, ਸਾਡੇ ਸਿਰਜਣਹਾਰ ਨੇ। ਕਦੀ ਧਿਆਨ ਗਿਆ ਇਸ ਪਾਸੇ? ਇਹ ਛੋਟੇ ਜਿਹੇ ਮਾਸ ਦੇ ਟੁਕੜੇ ਦੇ ਵਿੱਚ ਦੁਨੀਆ ਦੇ ਸਾਰੇ ਪਦਾਰਥਾਂ ਦੇ ਸਵਾਦ ਚੱਖਣ ਦੀ ਸ਼ਕਤੀ। ਉਹਨਾਂ ਪਦਾਰਥਾਂ ਨੂੰ ਚੱਕ ਕੇ ਇਹਨੂੰ ਹਜ਼ਮ ਕਰਨ ਦਾ ਸਲਾਵੀਆ ਜਿਹੜਾ ਬਣਦਾ, ਜਿਹਨੂੰ ਥੁੱਕ ਕਹਿੰਦੇ ਆ ਅਸੀਂ, ਉਹ ਹਾਜ਼ਮਾ ਦੇ ਵਾਸਤੇ ਕੰਮ ਆਉਣ ਵਾਲੀ ਦਾਤ ਵੀ ਇੱਥੇ ਪਈ। ਇਸੇ ਵਿੱਚ ਬੋਲਣ ਸ਼ਕਤੀ ਪਈ, ਜਿਹਦੇ ਨਾਲ ਅਸੀਂ ਭਾਵੇਂ ਨਿੰਦਿਆ ਕਰੀਏ ਕਿਸੇ ਦੀ, ਨਿੰਦਿਆ ਵਾਲੇ ਕਬੋਲ ਬੋਲੀਏ, ਰੁੱਖੇ ਦੂਜਿਆਂ ਨੂੰ ਦੁਖੀ ਕਰਨ ਵਾਲੇ ਬੋਲ ਬੋਲੀਏ, ਤੇ ਭਾਵੇਂ ਇਹਦੇ ਰਾਹੀਂ ਉਸਤਤ ਵਾਲੀ ਗੱਲ, ਵਾਹਿਗੁਰੂ ਜੀ ਦੇ ਪਿਆਰ ਦਾ ਪ੍ਰਗਟਾਵਾ ਕਰਨ ਵਾਲੇ ਗੁਣਗਾਨ, ਸੋਹਿਲੇ ਦੇ ਗੀਤ ਉਹ ਗਾਵੀਏ। ਇਹ ਸ਼ਕਤੀ ਹੈ। ਪਰ ਸਾਹਿਬ ਜੀ ਕਹਿੰਦੇ ਸੁਚੇਤ ਨਹੀਂ ਹੁੰਦੇ ਅਸੀਂ, ਸੌਂ ਗਈ ਸਾਡੀ ਇਹ ਬੋਲਣ ਸ਼ਕਤੀ। ਰਸਨਾ ਸੋਈ ਲੋਭ ਮਿੱਠਾ ਸਾਧ। ਸਿਆਣੇ ਕਹਿੰਦੇ ਆ ਨਾ, ਤੇ ਅਸੀਂ ਇਹ ਫਿਕਰਾ ਰਟਿਆ ਹੋਇਆ। ਕਹਿੰਦੇ ਜੀ ਪੇਟ ਤੇ ਭਰ ਜਾਂਦਾ, ਨੀਅਤ ਨਹੀਂ ਭਰਦੀ। ਰੱਜ ਗਿਆ, ਪਰ ਸਾਹਮਣੇ ਪਏ ਪਦਾਰਥ ਜਿਹੜੇ ਨੇ ਨਾ, ਕਹਿੰਦੇ ਥੋੜ੍ਹਾ ਜਿਹਾ ਹੋਰ ਚੱਖ ਲਈਏ, ਬੜਾ ਸਵਾਦ ਬਣਿਆ, ਬਹੁਤ ਸਵਾਦ ਬਣਿਆ। ਉਹ ਨੀਅਤ ਨਹੀਂ ਰੱਜਦੀ। ਤੇ ਇਹ ਮਹਾਰਾਜ ਕਹਿੰਦੇ ਨੀਅਤ ਦਾ ਜਿਹੜਾ ਇਹ ਚਸਕਿਆਂ ਦਾ ਲੋਭ ਲਾਲਚ ਹੈ ਨਾ, ਇਹ ਤੁਹਾਡੇ
ਵਾਹਿਗੁਰੂ ਵੱਲੋਂ ਮਿਲੀ ਹੋਈ ਇਸ ਦਾਤ ਨੂੰ ਸਵਾਰਿਆ ਹੈ। ਭਾਵ ਇਸ ਨੂੰ ਬੇਧਿਆਨਾ ਕਰਕੇ ਵਰਤਣ ਵਾਲੇ ਪਾਸੇ ਤੋਰ ਰਿਹਾ ਹੈ। ਰਸਨਾ ਸੋਈ ਲੋਭ ਮੀਠਾ ਸਾਧ, ਮਨ ਸੋਇਆ ਮਾਇਆ ਬਿਸਮਾਦ, ਮਨ ਸੌਂ ਗਿਆ। ਦਿੱਤੀ ਸੀ ਬਹੁਤ ਕੀਮਤੀ ਵਿਚਾਰ ਸ਼ਕਤੀ। ਇਹ ਬਹੁਤ ਤਾਕਤਵਰ ਦਾਤ ਮਨ ਦੀ, ਮਨ ਰੂਪ ਵਿੱਚ ਵਾਹਿਗੁਰੂ ਜੀ ਵੱਲੋਂ ਮਿਲੀ। ਇਹਦੇ ਰਾਹੀਂ ਮਹਾਰਾਜ ਕਹਿੰਦੇ ਤੁਸੀਂ ਪਸ਼ੂਆਂ ਵਾਲੀ ਬਿਰਤੀ ਵੀ ਜੀਉ ਸਕਦੇ। ਜੇ ਤੁਹਾਡੇ ਅੰਦਰ ਕਾਮ ਦੀ, ਕ੍ਰੋਧ ਦੀ, ਲੋਭ ਮੋਹ ਹੰਕਾਰ ਦੀ ਇਹ ਬਿਰਤੀ ਆਈ ਤੇ ਪਸ਼ੂਆਂ ਤੋਂ ਵੀ ਨੀਵੇਂ ਗਿਰ ਸਕਦੇ ਹੋ। ਮਰਨ ਮਰਾਉਣ ਦੀ ਬਿਰਤੀ, ਤਾਕਤ ਦਾ ਗਲਤ ਇਸਤੇਮਾਲ ਕਰਨ ਦੀ ਬਿਰਤੀ, ਜਿਵੇਂ ਮੈਂ ਬੇਨਤੀ ਕੀਤੀ ਦੁਨੀਆ ਨੂੰ ਤਬਾਹ ਕਰਨ ਵਾਲੀਆਂ ਇਹ ਮਨ ਦੀਆਂ ਅੰਦਰ ਦੀਆਂ ਬਿਰਤੀਆਂ ਕਿਵੇਂ ਖਤਮ ਕਰ ਰਿਹਾ ਸੰਸਾਰ ਹੋ ਰਿਹਾ। ਇਹ ਕੁਝ ਬੰਦਿਆਂ ਰਾਹੀਂ ਪਾਤਸ਼ਾਹ ਕਹਿੰਦੇ ਸੁੱਤਿਆ ਪਿਆ ਮਨ ਹੈ। ਪ੍ਰਮਾਣ ਹੈ ਇਸ ਗੱਲ ਦਾ ਕਿ ਇਹਨਾਂ ਸ਼ਕਤੀਆਂ ਵਾਲੇ ਲੋਕਾਂ ਦੇ ਮਨ ਸੁੱਤੇ ਪਏ, ਕਿਉਂਕਿ ਉਹ ਮਨ ਜਿਹੜਾ ਪਰਮਾਤਮਾ ਨਾਲ ਜੁੜ ਕੇ ਅੰਦਰ ਪਈ ਹੋਈ ਉਹ ਵਸਤ ਅਨੂਪ ਬੀਚ ਪਾਈ, ਉਹ ਪਰਮਾਤਮ ਜੋਤ ਨਾਲ ਜੁੜ ਕੇ ਪਰਮਾਤਮ ਰੂਪ ਹੋ ਸਕਦਾ ਸੀ, ਰੱਬ ਰੂਪ ਹੋ ਸਕਦਾ ਸੀ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੀ ਦਾਤ ਪ੍ਰਾਪਤ ਕਰ ਸਕਦਾ ਸੀ। ਉਹ ਤੋਂ ਵਾਂਝਿਆ ਹੋ ਕੇ ਆਪ ਵੀ ਦੁਖੀ ਹੋ ਰਿਹਾ ਹੈ, ਦੂਜਿਆਂ ਨੂੰ ਦੁਖੀ ਕਰ ਰਿਹਾ ਹੈ। ਸਾਨੂੰ ਪਤਾ ਹੈ ਨਾ ਸਾਰਿਆਂ ਨੂੰ। ਇਹਨਾਂ ਰਾਜਨੀਤਿਕ ਆਦਮੀਆਂ ਦੀ ਨੀਂਦ ਰਾਤਾਂ ਦੀ ਹਰਾਮ ਹੋਈ ਪਈ, ਦਿਨੇ ਰਾਤ ਬੇਚੈਨ ਅਸ਼ਾਂਤ ਬੰਦਿਆਂ ਦੇ ਵਿੱਚ ਘਿਰੇ ਹੋਏ ਇੱਕੋ ਹੀ ਸੁਪਨੇ। ਹੁਣ ਇਹ ਤਾਕਤ ਜਿਹੜੀ ਹੈ ਕਦੀ ਮੁੱਕੇ ਨਾ, ਇਹ ਤਾਕਤ ਹੋਰ ਵੱਧ ਜਾਵੇ, ਇਹਨੂੰ ਹੰਢਾਈਏ। ਕਿਵੇਂ ਲੋਕਾਂ ਦੀ ਵਾਹ ਵਾਹ, ਲੋਕਾਂ ਦੇ ਮੱਥੇ ਟੇਕਣੇ, ਬਸ ਇਹ ਸਾਡੇ ਕੋਲ ਹੀ ਰਵੇ, ਅਸੀਂ ਹੀ ਇਹ 'ਤੇ ਕਾਬਜ਼ ਰਹੀਏ, ਇਹਦੇ ਵਿੱਚ ਭਟਕੇ ਹੋਏ ਔਰ ਦੂਜਿਆਂ ਨੂੰ ਵੀ ਇਸ ਪਾਸੇ ਭਟਕਾਉਣ ਵਾਲੇ। ਮਹਾਰਾਜ ਕਹਿੰਦੇ ਇਹ ਮਾਇਆਵੀ ਹੈਰਾਨ ਕੁਨ ਬਿਰਤੀ ਦਾ ਬੰਦੇ ਦਾ ਮਨ ਸ਼ਿਕਾਰ ਹੋਇਆ, ਜਿਹਦੇ ਕਰਕੇ ਇਹ ਸੰਸਾਰ ਮਹਾਰਾਜ ਕਹਿੰਦੇ ਚਿੰਤਤ ਹੀ ਦੀਸੈ ਸਭ ਕੋਏ। ਸਾਹਿਬ ਸਾਨੂੰ ਆਪਣੇ ਕੋਲ ਬਿਠਾ ਕੇ ਇਹ ਜਿਹੜਾ ਸੁਭਾਗ ਸਮਾਂ ਦਿੱਤਾ ਸਤਸੰਗੀ ਰੂਪ ਵਿੱਚ, ਇਸ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੁੰਦੇ। ਸਾਹਿਬ ਕਹਿੰਦੇ ਆ ਗਏ ਹੋ, ਬੈਠੋ, ਥੋੜਾ ਬਾਣੀ ਨਾਲ ਜੁੜ ਕੇ ਆਪਣਾ ਲੇਖਾ ਜੋਖਾ ਕਰਨਾ ਸਿੱਖੋ। ਮਹਾਰਾਜ ਕਹਿੰਦੇ ਤੁਸੀਂ ਪ੍ਰਵਾਨ ਨਹੀਂ ਕਰਦੇ ਇਸ ਗੱਲ ਨੂੰ, ਲੇਕਿਨ ਇਹ ਸੱਚ ਹੈ ਕਿ ਕੋਈ ਕੋਈ ਇੱਥੇ ਮੇਰੇ ਕੋਲ ਆ ਕੇ ਵੀ ਸੁਚੇਤ ਹੋਣਾ ਸਿੱਖ ਲੈਂਦਾ ਹੈ, ਨਹੀਂ ਤੇ ਇੱਥੇ ਬੈਠ ਕੇ ਵੀ ਨੀਂਦ ਆ ਜਾਂਦੀ ਹੈ। ਸਰੀਰਕ ਤੌਰ ਤੇ ਆਵੇ ਨਾ ਆਵੇ, ਮਹਾਰਾਜ ਕਹਿੰਦੇ ਮਨ ਤੇ ਜ਼ਰੂਰ ਸੁੱਤਾ ਰਹਿੰਦਾ ਹੈ, ਬੇਧਿਆਨਾ ਹੋਇਆ ਰਹਿੰਦਾ ਹੈ। ਇੱਥੇ ਆ ਕੇ ਵੀ ਅਸੀਂ ਇਹਨਾਂ ਸਰੀਰਾਂ ਨੂੰ ਦੇਖਦਿਆਂ ਹੋਇਆਂ ਜੋ ਭੇਟਾਵਾਂ ਚੜਾਉਂਦੇ ਆ, ਉੱਤੇ ਵੀ ਸਾਡਾ ਧਿਆਨ ਇਹੀ ਹੁੰਦਾ ਹੈ ਕਿ ਦੁਨੀਆ ਦੇਖਦੀ ਕਿ ਨਹੀਂ ਦੇਖਦੀ। ਭਾਈ ਸਾਹਿਬ ਜੀ ਨੇ ਸਾਡੇ ਨਾਮਾਂ ਦੀ ਚਰਚਾ ਕੀਤੀ ਕਿ ਨਹੀਂ ਕੀਤੀ, ਸਾਡੇ ਨਾਮ ਦੇ ਜੈਕਾਰੇ ਗਜਾਏ ਗਏ ਕਿ ਨਹੀਂ ਗਜਾਏ ਗਏ। ਫਿਰ ਦੁਨੀਆ ਵਿੱਚ ਆ ਗਈ, ਫਿਰ ਲੋਕ ਵਿੱਚ ਆ ਗਏ। ਸਾਡਾ ਗੁਰੂ ਦੇ ਨਾਲ ਉਹ ਮਾਲਕ ਤੇ ਭਿਖਾਰੀ ਦਾ ਜਿਹੜਾ ਰਿਸ਼ਤਾ ਬਣਾ ਕੇ ਆਏ ਸੀ ਇੱਥੇ ਝੋਲੀਆਂ ਅੱਡਣ ਵਾਸਤੇ, ਆਪਣੇ ਸਤਿਗੁਰੂ ਨੂੰ ਲੋਕ ਪਰਲੋਕ ਦਾ ਸੁਖ ਦਾਤਾ ਜਾਣਦੇ ਹੋਏ ਉੱਥੇ ਕੁਝ ਭੇਟਾਵਾਂ ਵਾਹਿਗੁਰੂ ਜੀ ਵੱਲੋਂ, ਸਤਿਗੁਰੂ ਵੱਲੋਂ ਮਿਲੀਆਂ ਹੋਈਆਂ ਦਾਤਾਂ ਵਿੱਚੋਂ ਸ਼ੁਕਰਾਨੇ ਵਜੋਂ ਭੇਟਾ ਕਰਦਿਆਂ ਸਤਿਗੁਰੂ ਨਹੀਂ, ਦੁਨੀਆ ਫਿਰ ਵਿੱਚ ਆ ਗਈ। ਦੁਨੀਆ ਮੈਨੂੰ ਕਿਸ ਤਰੀਕੇ ਨਾਲ ਦੇਖ ਰਹੀ ਹੈ, ਦੁਨੀਆ ਦੇ ਵਿੱਚ ਮੇਰੀ ਵਾਹ ਹੋ ਰਹੀ ਕਿ ਨਹੀਂ ਹੋ ਰਹੀ, ਮੇਰੇ ਗਿਆਨ ਦੀ, ਮੇਰੇ ਗਿਆਨੀ ਹੋਣ ਦੀ, ਮੇਰੇ ਧਾਰਮਿਕ ਹੋਣ ਦੀ, ਮੇਰੇ ਵਧੀਆ ਕੀਰਤਨੀਏ, ਵਧੀਆ ਕਥਾਕਾਰ ਹੋਣ ਦੀ, ਵਧੀਆ ਸੇਵਕ ਹੋਣ ਦੀ ਚਰਚਾ ਦੁਨੀਆ ਵਿੱਚ ਹੈ ਕਿ ਨਹੀਂ ਹੈ। ਮਹਾਰਾਜ ਕਹਿੰਦੇ ਇਹ ਜਿਹੜੀਆਂ ਬਿਰਤੀਆਂ ਨੇ ਨਾ, ਇਹੀ ਤੁਹਾਡੇ ਸੁੱਤੇਪਣ ਦਾ ਪ੍ਰਮਾਣ ਨੇ। ਤੇ ਇਹ ਸੁੱਤਿਆਂ ਜੇ ਤੁਸੀਂ ਇੱਦਾਂ ਮੇਰੇ ਕੋਲ ਆ ਕੇ ਵੀ ਨਹੀਂ ਸਿੱਖ ਸਕੇ, ਮਨ ਕਰਕੇ ਮਤ ਕਰਕੇ ਜਾਗਣਾ, ਤਾਂ ਫਿਰ ਯਾਦ ਰੱਖਿਓ ਇਹ ਸਰੀਰ ਵਿੱਚ ਮਿਲੀਆਂ ਹੋਈਆਂ ਇਹਨਾਂ ਦਾਤਾਂ ਦਾ ਤੁਸੀਂ ਆਨੰਦ ਪ੍ਰਾਪਤੀ ਵਾਲਾ ਲਾਹਾ ਨਹੀਂ ਪ੍ਰਾਪਤ ਕਰ ਸਕੋਗੇ। ਜਿਹੜਾ ਕਰ ਸਕਦਾ ਹੈ ਉਹ ਕਰ ਸਕਦਾ ਹੈ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਸਾਬਤ ਵਸਤ ਦਾ ਭਾਵ ਕੀ ਹੈ? ਮਿਲੇ ਪ੍ਰਾਣ, ਮਿਲੇ ਸਵਾਸ, ਜੇ ਤੇ ਉਹ ਅਵੇਸਲੇਪਣ ਚ ਬਤੀਤ ਕਰ ਲੈ ਹੋ ਜਾਂਦੇ ਹੈ। ਮਨਮੁਖ ਦੇ ਵੀ ਹੋ ਜਾਂਦੇ ਆ ਸਵਾਸ ਪੂਰੇ, ਗੁਰਮੁਖ ਦੇ ਵੀ ਹੋ ਜਾਂਦੇ ਹੈ। ਇਸ ਸੰਸਾਰ ਦੇ ਵਿੱਚ ਹੰਕਾਰੀਆਂ ਵਿਕਾਰੀਆਂ ਦੇ ਵੀ ਹੋ ਜਾਂਦੇ ਹੈ। ਵਾਹਿਗੁਰੂ ਨਾਲ ਜੁੜੇ ਹੋਏ
ਨਾਮ ਰਸੀਆਂ ਦੇ ਵੀ ਹੋ ਜਾਂਦੇ ਹੈ। ਪਰ ਇਹ ਸਵਾਸ ਪੂਰੇ ਹੁੰਦਿਆਂ ਹੁੰਦਿਆਂ ਪੱਲੇ ਕੀ ਹੈ, ਕਿਹੜੀ ਪੂੰਜੀ ਹੈ, ਕਿਹੜਾ ਨਤੀਜਾ ਹੈ ਆਨੰਦ ਦਾ ਕਿ ਖੁਆਰੀ ਵਾਲੀ, ਭਟਕਣਾ ਵਾਲੀ, ਚਿੰਤਾ ਵਾਲੀ ਅਵਸਥਾ ਦਾ। ਦਾਤਾਰ ਜੀ ਕਹਿੰਦੇ ਯਾਦ ਰੱਖਿਓ, ਜੇ ਆਨੰਦ ਵਾਲਾ ਇਹ ਸਾਬਤ ਰੂਪ ਦੇ ਵਿੱਚ, ਵਾਹਿਗੁਰੂ ਰੂਪ ਦੇ ਵਿੱਚ ਲਾਹਾ ਪ੍ਰਾਪਤ ਕਰਨਾ ਚਾਹੁੰਦੇ ਹੋ, ਇਹਨਾਂ ਸਵਾਸਾਂ ਨੂੰ ਸੁਚੇਤ ਹੋ ਕੇ ਵਰਤਣਾ ਸਿੱਖ ਲਓ। ਨਹੀਂ ਤੇ ਮਹਾਰਾਜ ਕਹਿੰਦੇ ਜੋ ਦਮ ਚਿਤ ਨਾ ਆਵਈ ਸੋ ਦਮ ਬਿਰਥਾ ਜਾਏ, ਵਿਅਰਥ ਚਲੇ ਜਾਂਦਾ ਹੈ। ਵਿਅਰਥ ਇਸ ਕਰਕੇ ਚਲੇ ਜਾਂਦਾ ਕਿਉਂਕਿ ਜਿਸ ਮਕਸਦ ਵਾਸਤੇ, ਆਨੰਦ ਦੀ ਪ੍ਰਾਪਤੀ ਵਾਸਤੇ ਅਸੀਂ ਵਿਚਰ ਰਹੇ ਹਾਂ, ਉਹ ਤੋਂ ਵਾਂਝੇ ਰਹਿ ਜਾਂਦੇ ਹਾਂ। ਦਾਤਾਰ ਪਾਤਸ਼ਾਹ ਅੱਗੇ ਬਚਨ ਕਰਦੇ, ਸਗਲ ਸਹੇਲੀ ਆਪਣਾ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸਾਡੀ ਮਨੋ ਅਵਸਥਾ ਦਾ ਜ਼ਿਕਰ ਕਰਦੇ। ਇਹ ਸਗਲ ਸਹੇਲੀ ਭਾਵ ਇਹ ਸਾਡੀਆਂ ਗਿਆਨ ਇੰਦਰੀਆਂ ਜਿਹਦਾ ਜ਼ਿਕਰ ਮਹਾਰਾਜ ਉੱਪਰ ਕਰਕੇ ਆਏ, ਸਾਡੀਆਂ ਅੱਖਾਂ, ਸਾਡੇ ਕੰਨ, ਇਹ ਨੱਕ, ਇਹ ਮੂੰਹ, ਸਾਡੀ ਚਮੜੀ ਨਾਲ ਜੁੜੇ ਹੋਏ ਜਨਨੇਂਦਰੀ ਵਰਗੇ ਜਨਨ ਅੰਗ, ਇਹ ਸਾਰੇ ਮਹਾਰਾਜ ਕਹਿੰਦੇ ਕਿੱਧਰ ਨੂੰ ਤੁਰੇ ਹੋਏ ਨੇ। ਇਹ ਸਹੇਲੀਆਂ ਸਾਡੇ ਲਈ ਸੁੱਖ ਵਾਲੇ ਨਤੀਜੇ ਪ੍ਰਾਪਤ ਕਰਨ ਲਈ ਇਹ ਦਾਤਾਂ ਮਿਲੀਆਂ ਸੀ। ਪਰ ਸਾਹਿਬ ਕਹਿੰਦੇ ਇਹ ਤੇ ਸਾਰੇ ਸੁੱਤੇ ਪਏ, ਅਵੇਸਲੇ ਹੋਏ ਪਏ। ਅੱਖਾਂ ਨੂੰ ਪਤਾ ਹੀ ਨਹੀਂ ਲੱਗਦਾ, ਕੰਨਾਂ ਨੂੰ ਪਤਾ ਹੀ ਨਹੀਂ ਲੱਗਦਾ, ਜੀਭ ਨੂੰ ਪਤਾ ਹੀ ਨਹੀਂ ਲੱਗਦਾ, ਨੱਕ ਦੇ ਰਾਹੀਂ ਕੀ ਸੁੰਘਿਆ ਜਾ ਰਿਹਾ ਪਤਾ ਹੀ ਨਹੀਂ ਲੱਗਦਾ। ਸਾਡੀ ਚਮੜੀ ਨਾਲ ਜੁੜੇ ਹੋਏ ਅੰਗਾਂ ਦੇ ਰਾਹੀਂ ਅਸੀਂ ਇਹਨਾਂ ਦੀ ਵਰਤੋਂ ਕਿਵੇਂ ਕਰ ਰਹੇ ਹਾਂ, ਮਹਾਰਾਜ ਕਹਿੰਦੇ ਕਿਸੇ ਨੂੰ ਨਹੀਂ ਪਤਾ ਲੱਗਦਾ। ਬੜੀ ਤਾਕਤ ਹੈ ਇਹਨਾਂ ਅੰਗਾਂ ਦੇ ਵਿੱਚ। ਪਰ ਮਹਾਰਾਜ ਕਹਿੰਦੇ ਸਗਲ ਸਹੇਲੀ ਆਪਣਾ ਰਸ ਮਾਤੀ, ਬਸ ਇਹ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਹੇਠ ਸਾਰੇ ਹੀ ਅੰਗ ਸਾਡੇ ਬੇਹੋਸ਼ੀ ਦੇ ਵਿੱਚ ਮਦ ਮਸਤ ਹੋਏ ਪਏ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੇਰੇ ਅੰਦਰ ਕਿੰਨੀ ਕੁ ਮੈਲ ਭਰ ਰਹੀ ਹੈ, ਕਿੰਨੇ ਕੁ ਔਗਣ, ਕਿੰਨੇ ਕੁ ਵਿਕਾਰ ਮੈਨੂੰ ਖੁਆਰੀ ਵਾਲੇ ਪਾਸੇ ਲੈ ਕੇ ਜਾ ਰਹੇ ਨੇ। ਕਦੀ ਆਤਮ ਚਿੰਤਨ ਨਹੀਂ ਹੁੰਦਾ, ਕਦੀ ਸੁਚੇਤ ਹੋ ਕੇ ਪਾਤਸ਼ਾਹ ਜੀ ਕਹਿੰਦੇ ਆਪਣੇ ਆਪ ਨਾਲ ਮਿਲ ਬੈਠ ਕੇ ਗੁਰ ਸ਼ਬਦ ਨੂੰ ਆਧਾਰ ਬਣਾ ਕੇ, ਗੁਰੂ ਦੇ ਬਖਸ਼ੇ ਗਿਆਨ ਨੂੰ ਆਧਾਰ ਬਣਾ ਕੇ ਆਪਣਾ ਲੇਖਾ ਜੋਖਾ ਕਰਨ ਦੀ ਆਦਤ ਨਹੀਂ ਪੈਂਦੀ। ਇਸ ਕਰਕੇ ਇਸ ਅਵੇਸਲੇਪਣ ਵਿੱਚੋਂ ਮਹਾਰਾਜ ਕਹਿੰਦੇ ਪਤਾ ਹੀ ਨਹੀਂ ਲੱਗਦਾ ਇੱਕ ਇੱਕ ਸਵਾਸ ਕਿੱਦਾਂ ਬਤੀਤ ਹੋ ਗਿਆ, ਕਦੋਂ ਬਚਪਨੇ ਤੋਂ ਜਵਾਨੀ ਆਈ, ਕਦੇ ਬੁਢੇਪਾ ਆਇਆ ਤੇ ਹੁਣ ਸਰੀਰ ਜਰਜਰਾ ਹੋ ਕੇ ਅੱਗਾ ਨੇੜੇ ਆਇਆ ਵਾਲਾ, ਤੇ ਫਿਰ ਚਿੰਤਾਵਾਂ ਲੱਗ ਗਈਆਂ। ਹੁਣ ਕੀ ਬਣੇਗਾ, ਹੁਣ ਕੀ ਹੋਵੇਗਾ, ਮੌਤ ਆ ਗਈ। ਇਹ ਤੇ ਜੀਵਨ ਜੀਵਿਆ ਹੀ ਨਹੀਂ ਅਜੇ ਤੇ ਬਹੁਤ ਕੁਛ ਮੈਂ ਪ੍ਰਾਪਤ ਕਰਨਾ ਸੀ, ਇਹ ਕੀ ਹੋ ਗਿਆ। ਬਸ ਮਹਾਰਾਜ ਕਹਿੰਦੇ ਫਿਰ ਹੱਥ ਮਰੋੜ ਹੈ ਤਨ ਕਪੈ, ਸਿਆਹੋਂ ਹੋਆ ਸੇਤ। ਫਿਰ ਇੱਕ ਰੰਗ ਆਉਂਦਾ ਇੱਕ ਜਾਂਦਾ, ਸਰੀਰ ਨਿਰਬਲ ਹੋ ਗਿਆ। ਨੈਣੋ ਨੀਰ ਵਹੈ ਧਨ ਕੀਨਾ, ਭਏ ਕੇਸ ਦੁੱਧਵਾਨੇ। ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਾਂ ਪੁਰਾਣੇ। ਸਾਹਿਬ ਕਹਿੰਦੇ ਹੁਣ ਕੀ ਕਰੇਂਗਾ ਭਾਈ, ਨਿਰਬਲਤਾ ਤੈਨੂੰ ਕੁਛ ਕਰਨ ਦੇ ਸਮਰੱਥ ਨਹੀਂ ਰਹਿਣ ਦੇਵੇਗੀ। ਹਾਂ, ਜੇ ਤੈਨੂੰ ਹਰ ਘੜੀ ਹਰ ਪਲ ਹੁਣੇ ਸੁਚੇਤ ਹੋਣਾ ਆ ਗਿਆ ਤਾਂ ਆਉਣ ਵਾਲਾ ਸਮਾਂ ਭਾਵੇਂ ਉਹ ਬੁਢੇਪੇ ਦਾ ਹੀ ਹੋਵੇ, ਸਰੀਰ ਜਰਜਰਾ ਵੀ ਹੋਵੇ, ਉੱਥੇ ਵੀ ਮਹਾਰਾਜ ਕਹਿੰਦੇ ਸਰੀਰ ਕਰਕੇ ਆਇਆ ਬੁਢੇਪਾ ਵੀ ਤੁਹਾਨੂੰ ਉਦਾਸ ਨਿਰਾਸ਼ ਨਹੀਂ ਕਰੇਗਾ। ਸਾਹਿਬ ਤੇ ਫੈਸਲੇ ਸੁਣਾਉਂਦੇ ਨੇ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੀਆਂ ਸੁਰਤੀਆਂ ਬਿਰਤੀਆਂ ਵਿੱਚ ਵਾਹਿਗੁਰੂ ਜੀ ਦੇ ਗੁਣਾਂ ਦਾ ਗਿਆਨ ਚੇਤਾ ਸਮਝ ਬਣੀ ਰਹਿੰਦੀ ਹੈ ਨਾ। ਸਾਹਿਬ ਕਹਿੰਦੇ ਉਹਨਾਂ ਦਾ ਬੁਢੇਪੇ ਵਾਲਾ ਸਮਾਂ ਵੀ ਆ ਜਾਏ, ਉੱਥੇ ਵੀ ਧੰਨ ਗੁਰੂ ਅਮਰਦਾਸ ਸਾਹਿਬ ਕੀ ਕਹਿੰਦੇ, ਕਹਿੰਦੇ ਮੈਨੂੰ ਸੱਦਾ ਆ ਗਿਆ। ਰਾਮਕਲੀ ਸੱਦ ਵਿੱਚ ਇਹੋ ਹੀ ਉਪਦੇਸ਼ ਬਖਸ਼, ਕਹਿੰਦੇ ਆ ਗਿਆ ਸੱਦਾ। ਸਾਰੇ ਸਤਸੰਗੀਆਂ ਨੂੰ ਇਕੱਠੇ ਕਰਕੇ, ਪਰਿਵਾਰ ਨੂੰ ਇਕੱਠਾ ਕਰਕੇ ਕਹਿੰਦੇ ਵਾਹਿਗੁਰੂ ਜੀ ਵੱਲੋਂ, ਮੇਰੇ ਸਿਰਜਣਹਾਰ ਵੱਲੋਂ ਮੈਨੂੰ ਸੱਦਾ ਆ ਗਿਆ ਤੇ ਇਸ ਸੱਦੇ ਨੂੰ ਮੈਂ ਵਾਹਿਗੁਰੂ ਜੀ ਦਾ ਭਾਣਾ ਜਾਣ ਕੇ, ਪ੍ਰਵਾਨ ਕਰਕੇ ਖਿੜੇ ਮੱਥੇ ਜਾਣ ਲਈ ਤਿਆਰ ਹਾਂ। ਤੇ ਇਹ ਭਾਣਾ ਮੰਨਣ ਦੀ ਜਿਹੜੀ ਮੇਰੇ ਗੁਰੂ ਉਪਦੇਸ਼ ਰਾਹੀਂ ਮੈਨੂੰ ਜਾਚ ਆਈ ਨਾ ਕਿ ਜਾਣਾ ਹੀ ਹੈ, ਤੇ ਇਹਨੇ ਮੈਨੂੰ ਉਦਾਸ ਨਹੀਂ ਕੀਤਾ। ਮੈਂ ਆਨੰਦ ਵਿੱਚ ਹਾਂ। ਮੇਰੇ ਵਾਹਿਗੁਰੂ ਜੀ ਨੂੰ ਜੋ ਚੰਗਾ ਲੱਗ ਰਿਹਾ ਉਹ ਮੈਨੂੰ ਚੰਗਾ ਲੱਗ ਰਿਹਾ, ਇਸ ਕਰਕੇ ਮੈਨੂੰ ਸ਼ਾਬਾਸ਼ ਦੇਣ ਵਾਸਤੇ ਮੇਰਾ ਹਰ ਭਾਣਾ ਮੈਂ ਪਾਇਆ,
मेरा हर प्रभ करे शाबाश जीओ। मैनू हुण शाबाशी देण वास्ते, मैनू अपनी गल नाल लाउण वास्ते वाहिगुरू जी बुला रहे ने मैनू, ते मेरे पिछों रोयो ना तुसीं, बस कीर्तन करियो। वाहिगुरू जी दे इस भाणे नू मनाउण वाली, इस नू समझण वाली बाणी दा पठन पाठन विचार करियो। यह है गुरु प्यारिओ जीवन दा ਉਹ ਆਨੰਦਮਈ ਨਤੀਜਾ ਜਿਹੜਾ ਸਤਿਗੁਰੂ ਕਹਿੰਦੇ ਪ੍ਰਾਪਤ ਹੋ ਸਕਦਾ ਹੈ, ਪਰ ਨਹੀਂ ਹੋ ਰਿਹਾ। ਇਸ ਕਰਕੇ ਨਹੀਂ ਹੋ ਰਿਹਾ, ਸਗਲ ਸਹੇਲੀ ਆਪਣਾ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਅੰਦਰ ਆਪਣੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਵਿਕਾਰ ਕਿੰਨਾ ਕੁ ਪ੍ਰਭਾਵ ਪਾ ਰਹੇ ਨੇ, ਤੇ ਗੁਰੂ ਦਾ ਸ਼ਬਦ ਮੈਨੂੰ ਕਿਵੇਂ ਆਪਣੇ ਨਾਲ ਕਿੰਨਾ ਕੁ ਜੋੜ ਰਿਹਾ। ਬਾਣੀ ਤੇ ਮੈਂ ਪੜ੍ਹ ਲਈ, ਮੰਨ ਲਿਆ ਬਚਨ ਕਿ ਗੁਰੂ ਦੁਆਰਾ ਹੋਏ ਸੋਝੀ ਪਾਈ ਸੀ, ਏਤ ਦੁਆਰਾ ਧੋਏ ਹੱਛਾ ਹੋਏ ਸੀ, ਆ ਵੀ ਗਏ। ਬਾਣੀ ਦਾ ਪਠਨ ਪਾਠਨ ਵੀ ਕੀਤਾ, ਕੀਰਤਨ ਵੀ ਕੀਤਾ, ਸੁਣਿਆ, ਵਿਚਾਰ ਕੀਤੀ, ਸੁਣੀ, ਭੇਟਾਵਾਂ ਵੀ ਚੜਾਈਆਂ, ਪਰ ਇਹ ਤੋਂ ਬਾਅਦ ਕਦੀ ਲੇਖਾ ਜੋਖਾ ਕੀਤਾ? ਇੱਥੇ ਮੰਗ ਲਿਆ ਪਾਤਸ਼ਾਹ ਤਿਨਾਂ ਪਿਆਰਿਆਂ ਦਾ ਮੇਲ ਬਖਸ਼ਿਓ ਜਿਹਨਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਆਵੇ। ਜਾਣ ਤੋਂ ਬਾਅਦ ਕਾਰ ਵਿਹਾਰ ਕਰਦਿਆਂ ਕਿੰਨਾ ਕੁ ਵਾਹਿਗੁਰੂ ਜੀ ਦੇ ਨਾਲ ਮਿਲਣ ਵਾਲਿਆਂ ਦਾ ਸੰਗ ਕਰਨ ਦਾ ਉਮਾ ਉਤਸ਼ਾਹ ਚੇਤਾ ਰਿਹਾ। ਸਾਹਿਬ ਜੀ ਕਹਿੰਦੇ ਇਸ ਤਰੀਕੇ ਨਾਲ ਬੇਖਬਰ ਹੋ ਕੇ ਨਤੀਜਾ ਕੀ ਨਿਕਲ ਰਿਹਾ? ਮੁਸਨਹਾਰ ਪੰਚ ਬਟਵਾਰੇ। ਇਹ ਮੁਸਨਹਾਰ, ਇਹ ਲੁੱਟਣ ਵਾਲੇ ਲੁਟੇਰੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਲੁੱਟ ਰਹੇ ਨੇ ਸਾਡੀ ਖੁਸ਼ੀ ਨੂੰ, ਸਾਡੇ ਆਨੰਦ ਨੂੰ, ਸਾਡੀ ਸ਼ਾਂਤੀ ਨੂੰ ਖਤਮ ਕਰਕੇ। ਸੂਨੇ ਨਗਰ ਪਰੇ ਠੱਗ ਹਾਰੇ। ਇਹ ਪੈ ਗਏ ਠੱਗ ਲੁਟੇਰੇ ਸਾਡੀ ਇਸ ਸਵਾਸਾਂ ਦੀ ਪੂੰਜੀ ਤੇ ਵਿਅਰਥ ਚੱਲੇ ਜਾ ਰਹੇ ਨੇ। ਪਰ ਕਿਵੇਂ, ਕਿਉਂ ਹੋਇਆ? ਅਸੀਂ ਨਗਰ ਸੁਣਨਾ ਛੱਡਤਾ, ਸੌਂ ਗਏ ਅਸੀਂ ਇਹਨਾਂ ਮਿਲੀਆਂ ਹੋਈਆਂ ਦਾਤਾਂ ਨੂੰ। ਗੁਰੂ ਦੇ ਸ਼ਬਦ ਦੇ ਰਾਹੀਂ ਸੁਚੇਤ ਹੋ ਕੇ ਆਪਣੇ ਆਪ ਨੂੰ ਸਮਝਾਉਣਾ ਨਹੀਂ ਆਇਆ। ਪਾਤਸ਼ਾਹ ਕਹਿੰਦੇ ਕਦੀ ਤੇ ਬੈਠ ਕੇ ਗੱਲ ਕਰੋ ਆਪਣੇ ਮਨ ਨਾਲ। ਜਾਗ ਰੇ ਮਨ ਜਾਗਨ ਹਾਰੇ, ਅਬ ਮਨ ਜਾਗਤ ਰਹੋ ਰੇ ਭਾਈ। ਉਹ ਮੇਰੇ ਭਰਾਵਾ ਮੇਰੇ ਮਨਾ ਹੁਣੀ ਜਾਗ ਜਾ। ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੁੱਸੈ ਕਰ ਜਾਈ। ਇਹ ਤੈਨੂੰ ਲੁੱਟ ਰੇ, ਕਦੀ ਤੈਨੂੰ ਕਾਮ ਆ ਕੇ ਕੁਰਾਹੇ ਪਾ ਦਿੰਦਾ, ਤੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਕੋਲੋਂ ਕੀ ਹੋਣ ਲੱਗ ਗਿਆ। ਸਰੀਰਾਂ ਦੇ ਭੋਗਾਂ ਤੱਕ, ਇਹ ਦੁਨੀਆ ਦੇ ਪਦਾਰਥਾਂ ਦੇ ਭੋਗਾਂ ਤੱਕ, ਵਾਸ਼ਨਾਵਾਂ ਵਾਲੀਆਂ ਬਿਰਤੀਆਂ, ਚਸਕਿਆਂ ਵਾਲੀਆਂ ਬਿਰਤੀਆਂ। ਮੇਰੇ ਮਨਾ ਤੂੰ ਜੇ ਸੁਚੇਤ ਹੁੰਦਾ ਤੇ ਘੱਟੋ ਘੱਟ ਤੇਰੇ ਸੁਚੇਤ ਹੋਣ ਨਾਲ ਤੈਨੂੰ ਇਹ ਤੇ ਪਤਾ ਲੱਗਦਾ ਨਾ ਕਿ ਅੱਖਾਂ ਕਿਵੇਂ ਦੇਖ ਰਹੀਆਂ ਨੇ, ਕਿਵੇਂ ਦੇਖਣਾ ਚਾਹੀਦਾ। ਇਹਨਾਂ ਨੂੰ ਪ੍ਰੇਰ ਸਕਦਾ ਸੀ, ਕੰਨਾਂ ਨੂੰ ਪ੍ਰੇਰ ਸਕਦਾ ਸੀ, ਮੂੰਹ ਨੂੰ ਪ੍ਰੇਰ ਸਕਦਾ ਸੀ, ਹੱਥਾਂ ਪੈਰਾਂ ਨੂੰ ਪ੍ਰੇਰ ਸਕਦਾ ਸੀ। ਮੇਰੇ ਮਨਾ ਤੂੰ ਹੀ ਸੌਂ ਗਿਆ। ਮਹਾਰਾਜ ਕਹਿੰਦੇ ਫਿਰ ਇਦਾਂ ਲੁੱਟਿਆ ਜਾ ਰਿਹਾ। ਉਨ ਤੇ ਰੱਖੈ ਬਾਪ ਨਾ ਭਾਈ ਮਾਈ, ਉਨ ਤੇ ਰੱਖੈ ਮੀਤ ਨਾ ਭਾਈ। ਸਾਹਿਬ ਜੀ ਕਹਿੰਦੇ ਯਾਦ ਰੱਖਿਓ ਇਸ ਅਵਿਰਸਲੇਪਣ ਕਰਕੇ, ਬੇਸੰਜਮੇਪਣ ਕਰਕੇ ਜਿਹੜੀ ਖੁਆਰੀ ਹੈ ਨਾ, ਇਸ ਖੁਆਰੀ ਤੋਂ, ਇਸ ਬੇਚੈਨੀ ਤੋਂ, ਚਿੰਤਾ ਤੋਂ ਮਹਾਰਾਜ ਕਹਿੰਦੇ ਨਾ ਤੇ ਤੁਹਾਨੂੰ ਪਿਓ, ਨਾ ਮਾਂ, ਨਾ ਭਰਾ, ਨਾ ਮਿੱਤਰ ਕੋਈ ਨਹੀਂ ਬਚਾ ਸਕਦਾ। ਤੁਹਾਡੇ ਨਾਲ ਚਾਰ ਹਮਦਰਦੀ ਦੇ ਲਫ਼ਜ਼ ਤੇ ਸਾਂਝੇ ਕਰ ਲੈਣਗੇ, ਪਰ ਜਿਹੜਾ ਅਵੇਸਲੇਪਣ ਵਿੱਚੋਂ ਨਿਕਲਿਆ ਹੋਇਆ ਚਿੰਤਾਤੁਰ ਕਰਨ ਵਾਲਾ ਦੁਖਦਾਈ ਨਤੀਜਾ ਹੈ ਨਾ, ਉਹ ਤੋਂ ਤੇ ਤੁਹਾਨੂੰ ਆਪ ਹੀ ਸੁਚੇਤ ਹੋ ਕੇ ਬਚਣਾ ਸਿੱਖਣਾ ਪੈਣਾ। ਦੂਜੇ ਨਹੀਂ ਬਚਾ ਸਕਦੇ। ਦਰਬ ਸਿਆਣਪ ਨਾ ਹੋਏ ਰਹਤੇ। ਇਹ ਧਨ ਇਕੱਠੇ ਕਰ ਲਓ ਤੁਸੀਂ ਜਿੰਨੇ ਮਰਜ਼ੀ, ਮਾਣ ਪਦਵੀਆਂ ਪ੍ਰਾਪਤ ਕਰ ਲਓ। ਸਾਹਿਬ ਜੀ ਕਹਿੰਦੇ ਇਹ ਧਨ ਨੇ ਤੁਹਾਨੂੰ ਚਿੰਤਾਤੁਰ ਹੋਣ ਤੋਂ ਨਹੀਂ ਬਚਾ ਸਕਣਾ। ਇਹ ਚਿੰਤਾ ਵਿੱਚ ਵਾਧਾ ਤੇ ਕਰ ਸਕਦੇ ਹੈ, ਬੇਚੈਨ ਤੇ ਕਰ ਸਕਦੇ ਹੈ ਤੁਹਾਨੂੰ, ਪਈ ਇਹ ਖੁਸ਼ ਨਾ ਜਾਵੇ, ਖੁਸ਼ ਨਾ ਜਾਏ, ਹੋਰ ਕਿਵੇਂ ਵੱਧ ਜਾਏ। ਪਰ ਇਹਨਾਂ ਧਨ ਦੇ ਅੰਬਾਰਾਂ ਨਾਲ ਤੁਸੀਂ ਆਨੰਦ ਨਹੀਂ ਲੱਭ ਸਕਦੇ। ਮਹਾਰਾਜ ਕਹਿੰਦੇ ਨਾ ਹੀ ਦੁਨਿਆਵੀ ਅਕਲਾਂ ਸਿਆਣਪਾਂ ਜਿਹੜੀਆਂ ਨੇ ਇਹ ਤੁਹਾਨੂੰ ਇਸ ਚਿੰਤਾ, ਫਿਕਰ ਤੋਂ, ਡਰ, ਸਹਿਮ ਤੋਂ ਬਚਾ ਸਕਦੀਆਂ ਨੇ। ਹਾਂ, ਇਸ ਮਿਲੀ ਹੋਈ ਅਕਲ ਸਿਆਣਪ ਨੂੰ ਜੇ ਗੁਰੂ ਦੇ ਸ਼ਬਦ ਦੀ ਸੰਗਤ ਵਿੱਚ ਪਾਤਸ਼ਾਹ ਕਹਿੰਦੇ ਜੋੜਿਆ ਜਾਵੇ, ਫਿਰ ਇਹ ਅਗਿਆਨ ਤੋਂ ਗਿਆਨ ਤੇ ਗਿਆਨ ਤੋਂ ਫਿਰ ਬ੍ਰਹਮ ਗਿਆਨ ਤੱਕ ਤੁਹਾਨੂੰ ਲਿਜਾ ਸਕਦੀ, ਫਿਰ ਬਚਾਅ ਹੋ ਸਕਦਾ। ਸਾਹਿਬ ਜੀ ਕਹਿੰਦੇ ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਗੁਰੂ ਦੀ ਤੇ ਗੁਰੂ ਦੇ ਪਿਆਰਿਆਂ ਦੀ ਸੰਗਤ, ਸਾਹਿਬ ਕਹਿੰਦੇ ਬਸ ਇੱਕੋ ਇੱਕ ਸਾਧਨ ਹੈ, ਇੱਕੋ ਇੱਕ ਜੁਗਤ ਹੈ, ਢੰਗ ਹੈ, ਥਾਂ ਹੈ
ਜਿੱਥੇ ਅਸੀਂ ਬੈਠ ਕੇ ਗੁਰੂ ਦੇ ਸ਼ਬਦ ਦਾ ਪਠਨ ਪਾਠਨ ਵਿਚਾਰ ਕੀਰਤਨ ਕਰਦੇ ਹਾਂ, ਆਪਣੇ ਆਪ ਦਾ ਚਿੰਤਨ ਕਰਨ ਦੀ, ਆਪਣੇ ਆਪ ਦੀ ਪੜਚੋਲ ਕਰਨ ਦੀ ਜਾਂਚ ਸਿੱਖ ਕੇ ਇਹਨਾਂ ਵਿਕਾਰੀ ਬਿਰਤੀਆਂ ਨੂੰ ਆਪਣੇ ਤੇ ਹਾਵੀ ਪ੍ਰਭਾਵੀ ਹੋਣ ਤੋਂ ਬਚ ਸਕਦੇ ਹਾਂ। ਮਹਾਰਾਜ ਕਹਿੰਦੇ ਪਈ ਹੈ ਸੰਭਾਵਨਾ, ਮੈਂ ਬਚਿਆ। ਗੁਰੂਦੇਵ ਕਹਿੰਦੇ ਹੁਣ ਮੈਂ ਇਹਨਾਂ ਵਿਕਾਰਾਂ ਨੂੰ, ਜਿਨ੍ਹਾਂ ਨੇ ਮੈਨੂੰ ਰੋਜ਼ ਹਰਾਉਣਾ ਸ਼ੁਰੂ ਕੀਤਾ ਹੋਇਆ ਸੀ, ਮਾਰੈ ਲੂਟੈ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਮੈਂ ਰੋਜ਼ ਹਾਰਦਾ ਸੀ ਇਹਨਾਂ ਕੋਲੋਂ, ਪਰ ਹੁਣ ਮੇਰੀ ਹਾਲਤ ਗੁਰੂ ਦੇ ਸ਼ਬਦ ਦੀ ਸੰਗਤ ਵਿੱਚ ਇਹ ਹੋ ਗਈ, ਨਾ ਸਮਝੋ ਕਿਲ ਵੇਖੋ ਕਰਤਾ ਘਰ ਆਇਆ, ਦੂਤੈਂ ਦੈਨ ਪਿਆ ਗੋਬਿੰਦ ਪ੍ਰਗਟਾਇਆ। ਹੁਣ ਇਹਨਾਂ ਵਿਕਾਰਾਂ ਨੂੰ ਡਰ ਪੈ ਗਿਆ। ਦਾਤਾਰ ਜੀ ਬਚਨ ਕਰਦੇ ਆ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਦੇ ਵਿੱਚ, ਪੈ ਕਉ ਭਉ ਪੜਿਆ ਸਿਮਰਤ ਹਰ ਨਾਮ। ਡਰ ਨੂੰ ਵੀ ਡਰ ਪੈ ਗਿਆ। ਹੁਣ ਮੈਨੂੰ ਕਿਸੇ ਕਿਸਮ ਦਾ ਡਰ ਆ ਕੇ ਭੈ ਭੀਤ ਨਹੀਂ ਕਰ ਪਾਉਂਦਾ, ਨਾ ਮੌਤ ਦਾ ਡਰ, ਨਾ ਕਿਸੇ ਦੁਨਿਆਵੀ ਵਸਤੂਆਂ ਦੇ, ਨਾ ਮਾਣ ਪਦਵੀਆਂ ਦੇ ਖੁੱਸਣ ਦਾ ਡਰ, ਕਿਸੇ ਵੀ ਚੀਜ਼ ਦਾ ਖੁੱਸਣ ਦਾ ਡਰ ਮੈਨੂੰ ਭੈ ਭੀਤ ਨਹੀਂ ਕਰ ਪਾਉਂਦਾ। ਦਾਤਾਰ ਜੀ ਕਹਿੰਦੇ ਬਸ ਇਹ ਤਰੀਕਾ ਜੇ ਤੁਸੀਂ ਅਪਣਾ ਲਓਗੇ, ਦਰਬ ਸਿਆਣਪ ਨਾ ਹੋਏ ਰਹਤੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ, ਕਰ ਕਿਰਪਾ ਮੋਹਿ ਸਾਰੰਗ ਪਾਣ, ਸੰਤਨ ਧੂਰ ਸਰਮਨਦਾਨ। ਤੇ ਮਹਾਰਾਜ ਕਹਿੰਦੇ ਜੇ ਫਿਰ ਇਹੋ ਹੀ ਤਰੀਕਾ ਹੈ, ਆਓ ਮਿਲ ਬੈਠ ਕੇ ਸਾਹਿਬ ਕਹਿੰਦੇ ਫਿਰ ਇਹ ਗੁਰੂ ਕੋਲੋਂ ਜਾਚ ਸਿੱਖੀਏ ਅਰਦਾਸ ਕਰਨ ਦੀ, ਪੁਕਾਰ ਕਰਨ ਦੀ। ਪਾਤਸ਼ਾਹ ਜੇ ਤੁਠੇ ਹੋ, ਇਹ ਦਾਤ ਸਰੀਰ ਦੀ ਦਿੱਤੀ, ਇਹਦੇ ਵਿੱਚ ਤੁਸੀਂ ਇਹ ਗਿਆਨ ਇੰਦਰੀ ਸਾਨੂੰ ਇਹ ਦੇਖਣ ਦੀ, ਬੋਲਣ ਦੀ, ਸੁਣਨ ਇਤਿਆਦਿ ਦੀ ਸ਼ਕਤੀ ਦਿੱਤੀ, ਮਨ ਸ਼ਕਤੀ ਦਿੱਤੀ। ਇਸ ਨੂੰ ਦਾਤਾਰ ਜੀ ਗੁਰੂ ਸ਼ਬਦ ਨਾਲ ਜੋੜਨ ਦੇ ਵਾਸਤੇ ਮੈਨੂੰ ਗੁਰ ਸੰਗਤ ਦਾ, ਗੁਰੂ ਦੇ ਪਿਆਰਿਆਂ ਦੀ ਸੰਗਤ ਦਾ ਉਹ ਮਹਾਦਾਨ ਦੇ ਦਿਓ, ਜਿੱਥੇ ਮੈਂ ਆਪਣੀ ਇਹਨਾਂ ਸਵਾਸਾਂ ਦੀ ਪੂੰਜੀ ਨੂੰ ਵਿਅਰਥ ਨਹੀਂ ਸਫਲਾ ਕਰ ਸਕਾਂ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਜਿਹਦੇ ਕੋਲ ਸਤਿਗੁਰੂ ਦੀ ਸੰਗਤ ਹੁੰਦੀ ਹੈ, ਸਤਿਗੁਰੂ ਦੇ ਸ਼ਬਦ ਦਾ ਪਹਿਰਾ ਆਪਣੀਆਂ ਗਿਆਨ ਇੰਦਰੀਆਂ ਤੇ, ਕਰਮ ਇੰਦਰੀਆਂ ਤੇ, ਮਨ ਤੇ ਹੁੰਦਾ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਜਾਗਣਾ ਆ ਜਾਂਦਾ ਹੈ। ਤੇ ਜਾਗਦੇ ਹੋਏ ਮਨੁੱਖ ਮਹਾਰਾਜ ਕਹਿੰਦੇ ਭਾਵੇਂ ਉਹਨਾਂ ਦਾ ਕੋਈ ਬੰਦ ਕੱਟੇ, ਭਾਵੇਂ ਉਹਨਾਂ ਦੇ ਬੱਚੇ ਨੂੰ ਕੱਟ ਕੇ ਉਹਦਾ ਮੂੰਹ, ਉਹਦਾ ਦਿਲ ਜਿਹੜਾ ਉਹਦੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕਰਕੇ ਡਰਾਉਣਾ ਚਾਹੇ, ਦੁਖੀ ਕਰਨਾ ਚਾਹੇ, ਮਹਾਰਾਜ ਕਹਿੰਦੇ ਨਹੀਂ ਕਰ ਸਕਦਾ। ਬਾਬਾ ਬੰਦਾ ਸਿੰਘ ਹੋਰਾਂ ਨੇ ਇਹ ਕਰਕੇ ਦਿਖਾਇਆ। ਸਾਹਿਬ ਜੀ ਕਹਿੰਦੇ ਸੋ ਜਾਗੈ ਜਿਸ ਪ੍ਰਭ ਕਿਰਪਾਲ, ਇਹ ਪੂੰਜੀ ਸਾਬਤ ਧਨ ਮਾਲ। ਜਿਸ ਦੇ ਉੱਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਗੁਰੂ ਮਿਲਦਾ ਹੈ, ਗੁਰੂ ਦੀ ਸੰਗਤ, ਗੁਰੂ ਦੇ ਪਿਆਰਿਆਂ ਦੀ ਸੰਗਤ ਮਿਲਦੀ ਹੈ। ਦਾਤਾਰ ਜੀ ਕਹਿੰਦੇ ਉਸ ਨੂੰ ਇਹ ਆਨੰਦ ਦਾ, ਪ੍ਰਭੂ ਮਿਲਾਪ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਆਓ ਬੇਨਤੀਆਂ ਕਰਨੀਆਂ ਸਿੱਖੀਏ ਗੁਰੂ ਕੋਲ।